ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਆਪਣੇ ਦਵਿੰਦਰ ਜੀ, ਹਾਂਜੀ ਹਾਂਜੀ ਬਾਬਾ ਜੀ, ਹਾਂਜੀ ਤੁਹਾਡਾ ਸਵਾਲ ਸੀਗਾ ਬਈ ਰਿਕੁਆਇਰਮੈਂਟ ਕਿਹੜੀ ਹੈਗੀ, ਹੈ ਨਾ ਬਈ? ਹਾਂਜੀ ਹਾਂਜੀ ਬਾਬਾ ਜੀ, ਹਾਂ, ਜਿਹੜੀ ਹੈਗੀ ਇਹ ਪਰਮਾਤਮਾ ਦੇ ਨਾਲ, ਆਤਮਾ ਦੇ ਨਾਲ। ਆਪਣਾ ਨਾ ਮਾਈਕ ਬੰਦ ਕਰ ਦਿਓ ਜੀ, ਜਿਨ੍ਹਾਂ ਦਾ ਵੀ ਖੁੱਲ੍ਹਾ ਹੈ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਕੀਮਤੀ ਵਿਚਾਰ ਹੈਗੀ ਇਹ। ਰਿਕੁਆਇਰਮੈਂਟ ਕਿਹੜੀ ਹੈਗੀ ਆ? ਹੁਣ ਆਪਾਂ ਜਿਹੜੇ ਹੈਗੇ ਭਗਤੀ ਕਰ, ਮਾਈਕ ਬੰਦ ਕਰ ਦਿਓ ਜੀ, ਜਿਹਦਾ ਵੀ ਹੈਗਾ ਪਲੀਜ਼। ਤੁਹਾਡਾ ਹੀ ਹੈ, ਹਾਂਜੀ। ਉਹ ਆਪਾਂ ਜਿਹੜੇ ਹੈਗੇ, ਹਾਂਜੀ ਹਾਂ, ਆਪਾਂ ਜਿਹੜੇ ਹੈਗੇ ਆ ਹੁਣ ਧਿਆਨ ਸਿਮਰਨ ਕਰ ਰਹੇ ਹਾਂ, ਅਤੇ ਉਹਦੀ ਰਿਕੁਆਇਰਮੈਂਟ ਕੀ ਹੈਗੀ ਕਿ ਸਾਡੀ ਜਿਹੜੀ ਹੈਗੀ ਸਾਨੂੰ ਫਰੂਟ ਮਿਲ ਜਾਏ, ਸਾਨੂੰ ਉਹ ਫਲ ਪ੍ਰਾਪਤ ਹੋ ਜਾਏ। ਉਹਦੀ ਰਿਕੁਆਇਰਮੈਂਟ ਹੈਗੀ ਭਾਈ ਕਿ ਮਾਲਕ ਨਹੀਂ, ਮਾਈਕ ਬੰਦ ਕਰ ਦਿਓ ਪਲੀਜ਼। ਮਾਲਕ ਨੇ ਜਿਹੜਾ ਹੈਗਾ ਆਪਾਂ ਨੂੰ ਦੁਨੀਆ ਦੇ ਵਿੱਚ ਇਹ ਸਾਰੇ ਪਦਾਰਥ, ਇਹ ਰਸਕਸ, ਇਹ ਚੋਗੇ, ਇਹ ਸਵਾਦ ਪਾ ਕੇ ਭੇਜੇ ਹੋਏ ਆ। ਜਦ ਤੱਕ ਆਪਾਂ ਨੂੰ ਇਹ ਸਵਾਦ ਜਿਹੜੇ ਹੈਗੇ ਚੰਗੇ ਲੱਗਦੇ ਆ, ਤਦ ਤੱਕ ਉਹ ਰਿਕੁਆਇਰਮੈਂਟ ਪੂਰੀ ਨਹੀਂ ਹੁੰਦੀ। ਆਹੀ ਰਿਕੁਆਇਰਮੈਂਟ ਹੈਗੀ ਆ। ਜੋ ਸਵਾਦ ਪਾਏ ਆ, ਮਾਲਕ ਕਹਿੰਦਾ ਮੈਂ ਸਵਾਦ ਪਾਏ ਹੋਏ ਆ, ਇਹ ਸੱਚ ਨਹੀਂ ਹੈਗੇ, ਇਹ ਵਿਸ਼ੇ, ਇਹ ਜ਼ਹਿਰ ਹੈਗੀ ਆ। ਇਹ ਤੈਨੂੰ ਜਿਹੜਾ ਹੈਗਾ, ਇਹ ਤੈਨੂੰ ਰੋਕ ਰਹੀ ਹੈ, ਇਹਨੇ ਰੋਕਣਾ ਹੈ ਤੈਨੂੰ ਇਹਨੇ ਰਿਕੁਆਇਰਮੈਂਟ ਪੂਰੀ ਨਹੀਂ ਹੋਣ ਦੇਣੀ। ਤੈਨੂੰ ਇਸੇ ਨੂੰ ਜਿੱਤਣਾ ਹੈਗਾ। ਅੱਖਾਂ ਦਾ, ਕੰਨਾਂ ਦਾ, ਜੀਭ ਦਾ, ਇਹ ਸਾਰੇ ਰਿਕੁਆਇਰਮੈਂਟ ਹੈ ਸਰੀਰ ਦੇ ਵਿੱਚ। ਇੰਦਰੀ ਦੇਖੋ, ਕਾਮ ਦਾ ਕਿੰਨਾ ਜ਼ਬਰਦਸਤ ਜਿਹੜਾ ਹੈਗਾ ਰੋਕ ਹੈਗੀ ਆ। ਆਹ ਚੀਜ਼ ਹੈਗੀ ਆ, ਸਮਝ ਗਏ ਮੇਰੀ ਗੱਲ? ਇਹਨੂੰ ਹੈ, ਆਹ ਹੈਗੀ ਰਿਕੁਆਇਰਮੈਂਟ। ਹਾਂਜੀ ਹਾਂਜੀ, ਬਹੁਤ ਵਧੀਆ ਜੀ। ਇਹ ਬਾਕੀ ਆਪ ਜੀ ਦੀ ਗੱਲ ਸਹੀ ਹੈ ਜੀ। ਹਾਂ, ਇਹ ਜਿਵੇਂ ਜਿਵੇਂ ਹੁਣ ਭਗਤੀ ਨਾਲ ਜੁੜੇ ਆ, ਹਾਂ, ਬਹੁਤ ਚੀਜ਼ਾਂ ਘਟ ਰਹੀਆਂ ਜੀ, ਬਹੁਤ ਜ਼ਿੰਦਗੀ 'ਚ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਘਟ ਰਹੀਆਂ ਜੀ, ਘਟ ਰਹੀਆਂ। ਮੈਂ ਗਲਤ ਨਹੀਂ ਕਹਿੰਦਾ। ਆਹੀ ਫਿਰ ਆਪਾਂ ਅਧੀਰ ਹੋ ਜਾਂਦੇ ਹਾਂ। ਆਪਾਂ ਅਧੀਰ ਹੋ ਕੇ ਕਹਿੰਦੇ ਹਾਂ ਜੀ ਸਾਡੀ ਅਰਦਾਸ ਕਰ ਦਿਓ ਜੀ, ਸਾਡਾ ਮਨ ਲੱਗ ਜਾਏ। ਉਹ ਹਾਂ, ਦੇਖੋ ਆਹ ਚੀਜ਼ ਹੈਗੀ ਹੈ, ਰਿਕੁਆਇਰਮੈਂਟ ਆਹ ਹੈਗੀ ਆ। ਜਿਹੜੀ ਸਵਾਦ ਹੈਗੀ ਹੈ, ਸਵਾਦ ਕੱਟਣਗੇ ਤੇ ਮਨ ਆਟੋਮੈਟਿਕਲੀ ਲੱਗੂਗਾ। ਬਸ ਬਿਲਕੁਲ ਬਿਲਕੁਲ। ਪਤਾ ਕੀ ਹੈ ਜੀ, ਅੱਗੇ ਜਿਵੇਂ ਜ਼ਿੰਦਗੀ ਜਿਉਂਦੇ ਸੀ ਨਹੀਂ ਵੀ ਹਰੇਕ ਚੀਜ਼ ਮੰਨ ਲਓ ਆਪਾਂ ਨੂੰ ਤੜਫ ਰਹਿੰਦੀ ਸੀ, ਆਹ ਚੀਜ਼ ਮਿਲੀ ਨਹੀਂ। ਤੇ ਹੁਣ ਇਸ ਤਰ੍ਹਾਂ ਨਹੀਂ ਹੈ ਵੀ ਨਹੀਂ ਮਿਲੀ, ਫੇਰ ਕੀ ਹੋ ਗਿਆ? ਜਦੋਂ ਸਮਾਂ ਆ ਗਿਆ ਆਪਾਂ ਨੂੰ ਮਿਲ ਜਾਣੀ ਹੈ, ਕੋਈ ਪਰਵਾਹ ਨਹੀਂ। ਬਿਲਕੁਲ ਬਿਲਕੁਲ ਉਹੀ ਚੀਜ਼ ਹੈ। ਹਾਂ, ਬਹੁਤ ਮਨ ਇਸ ਤਰ੍ਹਾਂ ਵੀ ਨਹੀਂ ਹੈ ਮੰਨ ਲਓ ਕਿਤੇ ਆਪਾਂ ਅੱਗੇ ਆਏ ਸੀਗੇ ਜੀ ਵੀ ਫਲਾਨੀ ਜਗ੍ਹਾ ਤੇ ਤੀਰਥ ਤੇ ਗਏ ਨਹੀਂ, ਆਪਣੇ ਨਾਲ ਆਹ ਨਾ ਹੋ ਜੇ, ਉਹ ਹੋ ਜੇ। ਹੁਣ ਕੋਈ ਉਹ ਨਹੀਂ। ਹੁਣ ਇਹ ਹੁੰਦਾ ਵੀ ਆਪਾਂ ਆਪਦੇ ਆਪ 'ਚ ਬੈਠੀਏ, ਉਦੋਂ ਵੱਡਾ ਤੀਰਥ ਕੋਈ ਨਹੀਂ ਹੈ ਜੀ। ਬਿਲਕੁਲ। ਤੁਹਾਡਾ ਨਾ ਮਾਈਕ ਵਧੀਆ ਨਹੀਂ ਹੈਗਾ, ਖਰ ਕਰਦਾ ਹੈ। ਅੱਛਾ, ਉਹ ਐ ਨਹੀਂ, ਮੈਂ ਆਪਣੇ ਮੋਬਾਈਲ ਤੋਂ ਹੀ ਬੋਲ ਰਿਹਾ ਜੀ, ਮੈਕ ਤਾਂ ਲੱਗਿਆ ਨਹੀਂ ਹੈ। ਨਹੀਂ, ਕੋਈ ਨਹੀਂ, ਚਲੋ ਕੋਈ ਗੱਲ ਨਹੀਂ। ਬਹੁਤ ਧੰਨਵਾਦ ਜੀ, ਬਹੁਤ। ਹਾਂਜੀ, ਬਸ ਆਹੀ ਰਿਕੁਆਇਰਮੈਂਟ ਹੈਗੀ ਜੀ। ਬਸ ਬਈ ਇਹ ਜਿਹੜਾ ਹੈ, ਹਾਂ, ਇਹੀ ਹੈਗੇ ਪੱਥਰ ਜਿਹੜੇ ਹੈਗੇ, ਸਵਾਦ ਹੀ ਤਾਂ ਪੱਥਰ ਹੈਗੇ ਸਾਰੇ ਦੇ ਸਾਰੇ। ਇਹ ਪੱਥਰ ਹਾਂਜੀ, ਇਹ ਚੜ ਜਾਣਗੇ। ਹਾਂਜੀ, ਅਸੀਂ ਆਪ ਹੀ ਵੀਰ ਜੀ, ਅਸੀਂ ਆਪ ਹੀ ਉਹਦੇ 'ਚ ਵਾਧਾ ਹੈਗੇ ਆ। ਜਿਹੜਾ ਮਤਲਬ ਉਹਦੇ 'ਚ ਅਸੀਂ ਰੁਕਾਵਟ ਅਸੀਂ ਆਪ ਹੀ ਆ। ਬਸ ਇਹ ਜਿਹੜੇ ਹੈਗੇ ਜਿਉਂ ਦੇਖੋ, ਧਿਆਨ ਸਿਮਰਨ ਕਰਨ ਦੇ ਨਾਲ ਜਿਹੜਾ ਹੈਗਾ ਮਨ, ਜਿਹੜਾ ਹੈਗਾ ਮਨ ਦੇ ਵਿੱਚ ਤਾਕਤ ਆ ਜਾਣੀ ਹੈ। ਬਸ ਆਹੀ ਹੈਗੀ ਆ। ਕਿਉਂਕਿ ਇਹਨਾਂ ਤੋਂ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਧਿਆਨ ਸਿਮਰਨ ਕਰਦੇ ਹਾਂ ਅਤੇ ਕੀ ਕਰਦੇ ਹਾਂ, ਆਪਾਂ ਆਪਣੇ ਮਨ ਨੂੰ, ਇਹ ਜਿਹੜੇ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਤੋਂ ਆਪਾਂ ਜਿਹੜੇ ਹੈਗੇ ਆ, ਇਹਨਾਂ ਤੋਂ ਹਟਾਉਣੇ ਹੈਗੇ ਆ। ਮਨ ਨੂੰ ਇਹ ਵਿਚਾਰਾਂ ਤੋਂ ਹਟਾਉਣੇ ਹੈਗੇ ਆ, ਅਤੇ ਉਹਦੇ ਨਾਲ ਕੀ ਹੁੰਦਾ, ਮਨ ਦੀ ਤਾਕਤ ਵੱਧਦੀ ਹੈ। ਮਨ ਦੀ ਤਾਕਤ ਵੱਧਦੀ ਹੈ, ਨਾਲੇ ਮਨ ਨੂੰ ਜਿਹੜਾ ਹੈਗਾ ਸੁਣਨ ਦਾ ਅਹਿਸਾਸ ਹੁੰਦਾ ਹੈ। ਬਸ ਉਹ ਜਿਹੜੀ ਹੈਗੀ ਉਸ ਪਾਸੇ ਦਾ ਸਵਾਦ ਪਤਾ ਲੱਗਦਾ ਹੈ ਮਨ ਨੂੰ, ਅਤੇ ਕੰਪੇਰੇਟਿਵਲੀ ਫਿਰ ਜਦ ਉਹ ਸਵਾਦ ਜਿਹੜਾ ਹੈਗਾ ਵੱਧ ਜਾਂਦਾ ਹੈ ਅਤੇ ਫਿਰ ਇਹ ਕੱਢ ਜਾਂਦੇ ਆ। ਇਸ ਤਰ੍ਹਾਂ ਜਿਹੜੀ ਹੈਗੀ ਰਿਕੁਆਇਰਮੈਂਟ ਪੂਰੀ ਹੋ ਜਾਂਦੀ ਹੈ। ਅੱਗੇ ਹੁਣ ਅੱਜ ਆਪਾਂ ਵਾਰ ਸ਼ੁਰੂ ਕਰਨੀ ਹੈ ਜੈਸੀ ਰਾਗ ਦੇ ਵਿੱਚ, ਪੰਜਵੀਂ ਪਾਤਸ਼ਾਹੀ ਦੀ। ਇਹਦੇ ਵਿੱਚ
ਇਹ ਵਾਰ ਜਿਹੜੀ ਹੈਗੀ ਆ, ਜਨਰਲੀ ਵਾਰ ਦੇ ਵਿੱਚ ਸ਼ਲੋਕ ਵੀ ਹੁੰਦੇ ਆ ਅਤੇ ਪੌੜੀਆਂ ਵੀ ਹੁੰਦੀਆਂ। ਔਰ ਪੌੜੀਆਂ ਹਮੇਸ਼ਾ ਜਿਹੜੀਆਂ ਹੈਗੀਆਂ ਜਿਸ ਮਹੱਲੇ ਦੀ ਵਾਰ ਹੁੰਦੀ ਆ ਉਹਦੀਆਂ ਪੌੜੀਆਂ ਹੁੰਦੀਆਂ, ਜਦ ਤੱਕ ਕਿ ਪਰਟੀਕੁਲਰਲੀ ਲਿਖਿਆ ਨਾ ਹੋਏ, ਹੋਰ ਦੂਸਰੇ ਮਹੱਲੇ ਦਾ ਨਾਮ ਨਾ ਮਹੱਲਾ ਨਾ ਲਿਖਿਆ ਹੋਏ, ਤਦ ਤੱਕ ਜਿਹੜੀਆਂ ਪੌੜੀਆਂ ਸਾਰੀਆਂ ਉਸੇ ਮਹੱਲੇ ਦੀਆਂ ਹੁੰਦੀਆਂ। ਇੱਕ ਕੋਈ ਵਾਰ ਐਸੀ ਹੈਗੀ ਜਿਹਦੇ ਵਿੱਚ ਕਿ ਮਹਾਰਾਜ ਨੇ ਪੰਜਵੀਂ ਪਾਤਸ਼ਾਹੀ ਦੀ ਵਾਰ ਆ ਅਤੇ ਪੰਜਵੀਂ ਪਾਤਸ਼ਾਹੀ ਦੇ ਹੀ ਸ਼ਲੋਕ ਹੈਗੇ। ਇਹਦੇ ਵਿੱਚ ਸ਼ਲੋਕ ਅਤੇ ਵਾਰ ਦੋਨੋਂ ਪੰਜਵੀਂ ਪਾਤਸ਼ਾਹੀ ਦੀ ਹੈਗੀ। ਔਰ ਤਕਰੀਬਨ ਮੈਂ ਦੇਖਿਆ ਇਹਦੇ ਵਿੱਚ ਜਿਹੜੇ ਹੈਗੇ ਇੱਕ ਸ਼ਲੋਕ ਹੈਗਾ ਅਤੇ ਇੱਕ ਜਿਹੜੀ ਹੈਗੀ ਆ ਪੌੜੀ ਹੈਗੀ ਨਾਲ। ਇੱਥੇ ਮੱਧ ਦਾ ਭੋਗ ਵੀ ਪਾਉਂਦੇ ਆ। ਇਹ 705 705 ਅੰਕ 'ਤੇ ਅਸੀਂ ਹੈਗੇ ਹਾਂ। ਇੱਥੋਂ ਸ਼ੁਰੂ ਕਰਨ ਲੱਗੇ ਹਾਂ। ਮਹਾਰਾਜ ਮਿਹਰ ਕਰਨ। ਜੈ ਸ੍ਰੀ ਮਹੱਲਾ ਪੰਜਵਾਂ। ਵਾਰ ਸ਼ਲੋਕਾਂ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ। ਸਿਮਰੰਤ ਸੰਤ ਸਰਬੱਤਰ ਰਮਣੰ ਨਾਨਕ ਅਗਨ ਆਸਨ ਜਗਦੀਸ਼ਰਾ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਪੰਜਵੀਂ ਪਾਤਸ਼ਾਹੀ ਆਪਾਂ ਨੂੰ ਗਿਆਨ ਦੇ ਰਹੇ ਆ ਕਿ ਸ੍ਰਿਸ਼ਟੀ ਜਿਹੜੀ ਹੈਗੀ ਆ, ਜਦ ਤੋਂ ਬਣੀ ਹੈ ਸ੍ਰਿਸ਼ਟੀ, ਮਾਲਕ ਪਰਮਾਤਮਾ ਪੂਰਨ ਰੂਪ ਦੇ ਵਿੱਚ ਹੈਗਾ। ਇਹਦੇ ਸ੍ਰਿਸ਼ਟੀ ਦੇ ਵਿੱਚ ਆਦਿ ਤੋਂ ਵੀ ਸੀਗਾ। ਆਦਿ ਪੂਰਨ ਸ੍ਰਿਸ਼ਟੀ ਦੇ ਬਣਨ ਤੋਂ, ਸ੍ਰਿਸ਼ਟੀ ਇਹ ਜੋ ਆਕਾਰ ਜੋ ਦੁਨੀਆ ਬਣਾਈ ਮਾਲਕ ਨੇ, ਇਸ ਤੋਂ ਪਹਿਲਾਂ ਆਦਿ ਤੋਂ ਮੱਧ ਪੂਰਨ, ਮੱਧ ਦੇ ਵਿੱਚ ਹੁਣ ਜਿਹੜਾ ਹੈਗਾ, ਮੱਧ ਦੇ ਵਿੱਚ ਵੀ ਪੂਰੀ ਤਰ੍ਹਾਂ ਮਾਲਕ ਪਰਮਾਤਮਾ ਹੈਗਾ। ਅੰਤ ਪੂਰਨ ਪਰਮੇਸ਼ਰ ਹੈ। ਸ੍ਰਿਸ਼ਟੀ ਖਤਮ ਹੋ ਜਾਏਗੀ ਅਤੇ ਮਾਲਕ ਫਿਰ ਵੀ ਪੂਰਨ ਹੀ ਰਹੇਗਾ। ਸ੍ਰਿਸ਼ਟੀ ਦੇ ਅੰਤ ਦੇ ਵਿੱਚ ਵੀ ਮਾਲਕ ਪੂਰਨ ਹੀ ਰਹੇਗਾ। ਉਹ ਹੈਗਾ ਪਰਮੇਸ਼ਰ। ਉਹਦੀ ਭਗਤੀ ਕਰਨੀ ਹੈ। ਸਾਧੂ ਲੋਕ, ਸਾਧਨਾ ਕਰਨ ਵਾਲੇ ਸੰਤ, ਸਾਧੂ ਸੰਤ ਉਹਦੀ ਭਗਤੀ ਕਰਦੇ ਆ। ਸਿਮਰੰਤ ਸੰਤ, ਸਿਮਰਨ ਕੀ ਹੈਗਾ? ਉਹਨੂੰ ਯਾਦ ਕਰਦੇ ਆ, ਉਹਦਾ ਧਿਆਨ ਕਰਦੇ ਆ। ਸਿਮਰੰਤ ਸੰਤ ਸਰਬੱਤਰ ਰਮਣੰ, ਹਰ ਜਗ੍ਹਾ 'ਤੇ ਰਮਿਆ ਹੋਇਆ ਹੈ ਉਹ ਮਾਲਕ ਪਰਮਾਤਮਾ। ਨਾਨਕ ਅਗਨ ਆਸਨ ਜਗਦੀਸ਼ਰਾ। ਉਹ ਜਗਦੀਸ਼, ਜਗਤ ਦਾ ਈਸ਼, ਜਗਤ ਨੂੰ ਬਣਾਉਣ ਵਾਲਾ, ਸਾਰੇ ਦੇ ਸਾਰੇ ਪਾਪ ਜਿਹੜੇ ਹੈ ਨਾਸ ਕਰਨ ਦੇ ਸਮਰੱਥ ਹੈਗਾ। ਸਾਰਾ ਲੇਖਾ ਜੋਖਾ ਖਤਮ ਕਰਨ ਦੇ ਸਮਰੱਥ ਹੈਗਾ। ਪੇਖਨ ਸੁਨਨ ਸੁਨਾਵਨੋ ਮਨ ਮੈਂ ਦ੍ਰਿੜੀਏ ਸਾਚ। ਪੇਖਨ ਸੁਨਨ ਸੁਨਾਵਨੋ ਕਹਿੰਦੇ ਦੇਖਣਾ ਹੈ, ਸੁਣਨਾ ਹੈਗਾ, ਸੇ ਸੁਣਾਉਣਾ ਹੈਗਾ। ਮਨ ਮੈਂ ਦ੍ਰਿੜੀਏ ਸਾਚ ਕਹਿੰਦੇ ਸੱਚ ਨੂੰ ਸੁਣਾ, ਸੱਚ ਨੂੰ ਦੇਖ, ਸੱਚ ਨੂੰ ਸੁਣ ਤੇ ਇਹਨੂੰ ਦ੍ਰਿੜ ਕਰ ਲਾ ਆਪਣੇ ਅੰਦਰ। ਪੂਰਨ ਰੂਪ ਤੇ ਪੱਕੀ ਤਰ੍ਹਾਂ ਜਿਹੜਾ ਇਸ ਚੀਜ਼ ਨੂੰ ਦ੍ਰਿੜ ਕਰ ਲਾ ਵੀ ਸੱਚ ਨੂੰ ਸੁਣ, ਸੱਚ ਨੂੰ ਦੇਖ, ਸੱਚ ਨੂੰ ਹੀ ਸਿਮਰ, ਸੱਚ ਨੂੰ ਜਿਹੜਾ ਹੈਗਾ ਦੇਖ, ਸੱਚ ਨੂੰ ਸੁਣ, ਸੱਚ ਨੂੰ ਸੁਣਾ। ਮਨ ਦੇ ਵਿੱਚ ਦ੍ਰਿੜ ਕਰ ਲਾ, ਸੱਚ ਨੂੰ ਮਨ ਦੇ ਵਿੱਚ ਦ੍ਰਿੜ ਕਰ। ਉਹ ਸੱਚ ਪੂਰ ਰਿਹਾ ਸਰਬੱਤਰ ਮੈਂ, ਨਾਨਕ ਹਰ ਰੰਗ ਰਾਜ। ਉਹ ਮਾਲਕ ਪਰਮਾਤਮਾ ਹਰ ਜਗ੍ਹਾ 'ਤੇ ਪੂਰਨ ਰੂਪ ਦੇ ਵਿੱਚ ਰਵਿਆ ਹੋਇਆ ਹੈ। ਉਸ ਦੇ ਨਾਲ ਰਚ ਜਾ। ਪੌੜੀ। ਔਰ ਇਹ ਜਿਹੜਾ ਹੈ ਨਾ ਸ਼ਲੋਕ ਆਪਾਂ ਨੇ ਕੀਤਾ ਹੈ, ਇਸ ਦੇ ਟਰਾਂਸਲੇਸ਼ਨ ਜਿਹੜੀ ਹੈ ਗੁਰੂ ਮਹਾਰਾਜ ਨੇ ਪੰਜਵੀਂ ਪਾਤਸ਼ਾਹੀ ਨੇ ਖੁਦ ਹੀ ਕੀਤੀ ਹੋਈ ਹੈ। ਇਸੇ ਸ਼ਲੋਕ ਦੀ ਟਰਾਂਸਲੇਸ਼ਨ ਹੈ। ਐਸੀ ਵਾਰ ਹੈ ਇਹਦੇ ਵਿੱਚ ਸ਼ਲੋਕ ਹੈ ਅਤੇ ਉਹਦੀ ਟਰਾਂਸਲੇਸ਼ਨ ਹੈਗੀ। ਪੌੜੀ ਹਰੇਕ ਨਿਰੰਜਨ ਗਾਈਏ ਸਭ ਅੰਤਰ ਸੋਈ। ਕਹਿੰਦੇ ਉਹ ਮਾਲਕ ਪਰਮਾਤਮਾ ਨਿਰੰਜਨ ਜਿਹੜਾ ਹੈਗਾ ਉਸੇ ਦਾ ਧਿਆਨ ਸਿਮਰਨ ਕਰ, ਉਸੇ ਦੀ ਭਗਤੀ ਕਰ। ਸਾਰਿਆਂ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ।
ਉਹ ਕਾਰਨ ਵੀ ਹੈਗਾ ਤੇ ਕਰਨ ਵਾਲਾ ਵੀ ਹੈਗਾ। ਇਹ ਸ੍ਰਿਸ਼ਟੀ ਬਣਾਉਣ ਵਾਲਾ ਵੀ ਹੈਗਾ। ਕਿਉਂ ਬਣਾਈ ਉਹ ਜਾਣਦਾ ਹੈ, ਕਾਰਨ ਵੀ ਉਹੀ ਹੈ। ਉਹ ਸਮਰੱਥ ਵੀ ਹੈਗਾ ਬਣਾਉਣ ਦੇ। ਔਰ ਜੋ ਕਰਦਾ ਹੈ, ਜੋ ਚਾਹੁੰਦਾ ਹੈ ਹੋ ਜਾਂਦਾ ਹੈ। ਜੋ ਕਰੇ ਸੋ ਹੋਈ, ਜੋ ਕਰਦਾ ਹੈ ਹੋ ਜਾਂਦਾ ਹੈ। ਇੰਨੀ ਪਾਵਰ ਹੈ ਉਹਦੇ ਅੰਦਰ। ਹਰੇਕ ਨਿਰੰਜਨ ਗਾਈਏ ਸਭ ਅੰਤਰ ਸੋਈ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਖਿਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਔਰ ਖਿਨ ਲਾਉਂਦਾ, ਖਿਨ ਦੇ ਵਿੱਚ ਥਾਪ ਕੇ ਤੇ ਫਿਰ ਉਥਾਪ ਵੀ ਦਿੰਦਾ ਹੈ। ਥਾਪੇ ਨੂੰ ਉਥਾਪ ਦਿੰਦਾ, ਉਥਾਪੇ ਨੂੰ ਥਾਪ ਦਿੰਦਾ ਹੈ। ਖਿਨ ਲੱਗਦਾ ਉਹਨੂੰ। ਖਿਨ ਮੈਂ ਥਾਪ ਉਥਾਪਦਾ ਤਿਸ ਬਿਨ ਨਹੀਂ ਕੋਈ। ਉਸ ਤੋਂ ਬਗੈਰ ਕੋਈ ਨਹੀਂ ਹੈਗਾ ਭਾਈ। ਖੰਡ ਬ੍ਰਹਮੰਡ ਪਤਾਲ ਦੀਪ ਰਵਿਆ ਸਭ ਲੋਈ। ਖੰਡਾਂ ਦੇ ਵਿੱਚ, ਬ੍ਰਹਮੰਡ ਦੇ ਵਿੱਚ ਆਹ ਖੰਡ ਹੈ, ਪ੍ਰਿਥਵੀ ਇੱਕ ਖੰਡ ਹੈਗੀ ਹੈ। ਔਰ ਪ੍ਰਿਥਵੀ ਦੇ ਵਿੱਚ 9 ਖੰਡ ਹੈਗੇ। ਖੰਡ ਬ੍ਰਹਮੰਡ, ਆ ਪੂਰਾ ਬ੍ਰਹਮੰਡ ਆਕਾਸ਼ ਨਜ਼ਰ ਆ ਰਿਹਾ ਸਾਰਾ। ਪਲੈਨਟਸ, ਪਾਤਾਲ, ਇਹ ਪਾਣੀ, ਧਰਤੀ ਦੇ ਥੱਲੇ ਪਾਣੀ ਹੈ ਸਾਰਾ। ਪਾਤਾਲ, ਦੀਪ, ਆ ਕੰਟੀਨੈਂਟਲਸ, ਦੀਪ, ਰਵਿਆ ਸਭ ਲੋਈ। ਹਰ ਜਗ੍ਹਾ ਤੇ ਪਰਮਾਤਮਾ, ਹਰ ਲੁਕਾਈ ਦੇ ਵਿੱਚ ਰਵਿਆ ਹੋਇਆ ਹੈ ਉਹ ਮਾਲਕ ਪਰਮਾਤਮਾ। ਸਾਰੇ ਲੋਕਾਂ ਦੇ ਵਿੱਚ ਰਵਿਆ ਹੋਇਆ। ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਪਰਮਾਤਮਾ ਨੇ ਬੁਝਾਉਣਾ ਹੈ ਭਾਈ। ਜਿਸ ਆਪ ਬੁਝਾਏ ਉਸੇ ਕੋਲ ਪੁਕਾਰ ਕਰਨੀ ਹੈ ਵੀ ਮਾਲਕਾ ਮੈਂ ਜਿਹੜਾ ਹੈਗਾ, ਮੈਂ ਤੈਨੂੰ ਮਿਲਣਾ ਚਾਹੁੰਦਾ ਹੈ। ਮੈਂ ਸੱਚ ਜਾਣਨਾ ਚਾਹੁੰਦਾ ਹੈ। ਮੈਂ ਇਹ ਝੂਠ ਚੋਗਾ ਜਿਹੜਾ ਪਾਇਆ ਹੋਇਆ ਆ, ਇਹਦੇ ਵਿੱਚ ਨਹੀਂ ਖੁੱਭਣਾ ਚਾਹੁੰਦਾ। ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਉਹੀ ਨਿਰਮਲ ਹੁੰਦਾ ਹੈ ਭਾਈ, ਜਿਹੜਾ ਬੁੱਝ ਜਾਂਦਾ ਹੈ। ਇਹ ਪਹਿਲੀ ਪੌੜੀ ਹੋ ਗਈ, ਪਹਿਲਾ ਸ਼ਲੋਕ ਤੇ ਪੌੜੀ। ਹੁਣ ਫਿਰ ਸ਼ਲੋਕ, 2 ਸ਼ਲੋਕ ਹੈ ਇਹਦੇ ਵਿੱਚ। ਸ਼ਲੋਕ ਰਚੰਤ ਜੀ ਰਚਨਾ, ਮਾਹਤ ਗਰਭ ਅਸਥਾਪਨੰ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਕਿਸ ਤਰ੍ਹਾਂ ਜਿਹੜਾ ਹੈਗਾ ਜੀਵ ਜਿਹੜੇ ਆਪਾਂ ਨੂੰ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਭੇਜਦਾ ਹੈ। ਪਹਿਲਾਂ ਰਚਨਾ ਕਰਦਾ ਹੈ। ਰਚੰਤ ਜੀ ਦੀ ਰਚਨਾ ਕਰਦਾ ਹੈ। ਸੁਰਤ, ਮਤ, ਮਨ, ਬੁੱਧ, ਆ ਚੀਜ਼ਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਜੀ, ਉਹਦੇ ਵਿੱਚ ਪ੍ਰਾਣ, ਸਰੀਰ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ। ਸਰੀਰ ਦੇ ਵਾਸਤੇ ਮਾਂ ਦੇ ਗਰਭ ਦੇ ਵਿੱਚ ਸਥਾਪਿਤ ਕਰ ਦਿੰਦਾ ਹੈ। ਇਸ ਤਰ੍ਹਾਂ ਦੇਖ ਲਓ, ਸਪਰਮ ਜਿਹੜਾ ਹੈਗਾ ਉਹ ਐਗ ਦੇ ਨਾਲ ਮਿਲ ਕੇ ਉਹ ਸਥਾਪਿਤ ਹੋ ਗਿਆ ਗਰਭ ਦੇ ਵਿੱਚ। ਮਾਤ ਗਰਭ ਅਸਥਾਪਨੰ। ਇਸ ਤਰ੍ਹਾਂ ਰਚਨਾ ਕਰ ਦਿੰਦਾ ਹੈ ਮਾਲਕ ਪਰਮਾਤਮਾ। ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਵਿਨਾਸ਼ਨੰ। ਔਰ ਉਸ ਜਗ੍ਹਾ ਤੇ ਦੇਖੋ ਕਿੰਨੀ ਆਗਿਆ ਸਰੀਰ ਦੇ ਵਿੱਚ। ਕਿਵੇਂ ਭੋਜਨ ਆਪਾਂ ਖਾਂਦੇ ਹਾਂ ਕੱਚਾ ਤੇ ਪਚ ਜਾਂਦਾ ਸਾਰਾ। ਇੰਨੀ ਆਗਿਆ, ਇੰਨਾ ਅੰਦਰ ਜਿਹੜਾ ਹੈਗਾ ਪ੍ਰੋਸੈਸ ਹੈ। ਔਰ ਨਾ ਕੋਈ ਉੱਥੇ ਜਿਹੜਾ ਹੈਗਾ ਜਿਹੜੀ ਕੀ ਕਹਿੰਦੇ ਉਹਨੂੰ ਪੈਟਰੋਲ, ਤੇ ਨਾ ਕੋਈ ਹੋਰ ਜਿਹੜੀ ਹੈਗੀ। ਸਾਰਾ ਕਿਵੇਂ, ਕਿਸ ਤਰੀਕੇ ਨਾਲ ਅੱਗ ਪੈਦਾ ਕਰਦਾ ਹੈ ਮਾਲਕ ਪਰਮਾਤਮਾ। ਔਰ ਆਪਾਂ ਸੜਦੇ ਵੀ ਨਹੀਂ ਹਾਂ। ਸਾਸ ਸਾਸ ਸਿਮਰੰਤ, ਉੱਥੇ ਕੀ ਕਰਦਾ ਹੈ ਜੀਵ? ਕਹਿੰਦੇ ਸਾਸ ਸਾਸ ਸਿਮਰਦਾ ਹੈ ਮਾਲਕ ਪਰਮਾਤਮਾ ਨੂੰ। ਜਿੰਨਾ ਵੀ ਸਮਾਂ ਉਹ ਸਿਮਰਨ ਦੇ ਵਿੱਚ ਹੁੰਦਾ ਹੈ, ਉਹਨੂੰ ਯਾਦ ਹੁੰਦਾ ਹੈ। ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਵਿਨਾਸ਼ਨੰ। ਔਰ ਇੰਨੀ ਮਹਾ ਆਗਿਆ ਉੱਥੇ, ਕਹਿੰਦੇ ਉਹ ਨਹੀਂ, ਉਹਨੂੰ ਵਿਨਾਸ਼ ਨਹੀਂ ਹੁੰਦਾ ਉਹਦਾ, ਸਗੋਂ ਜਿਹਦਾ ਵਿਕਾਸ ਹੁੰਦਾ ਹੈ ਉਹਦਾ। ਮੁਖ ਤਲੈ ਪੈਰ ਉਪਰੇ, ਵਸੰਦੋ ਕੁਹੱਥੜੇ ਥਾਏ। ਕਹਿੰਦੇ ਮੁਖ ਤਲੈ, ਕਹਿੰਦੇ ਮੂੰਹ ਸਿਰ ਥੱਲੇ ਹੁੰਦਾ, ਪੈਰ ਉੱਪਰ ਹੁੰਦੇ ਆ। ਔਰ ਕੁਹੱਥੜੇ ਕਹਿੰਦੇ ਬੜਾ ਔਖਾ ਜਿਹਾ ਜਿਹੜਾ ਹੈਗਾ ਲਟਕਦਾ ਹੈ ਪਾਏ। ਵਸੰਦੜੋ ਕੁਹੱਥੜੇ ਥਾਏ, ਉਹ ਥੈਲੀ ਦੇ ਵਿੱਚ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦੇ ਨਾਏ।
ਕਹਿੰਦੇ ਉਸ ਮਾਲਕ ਪਰਮਾਤਮਾ ਨੂੰ ਬਾਹਰ ਆ ਕੇ ਤੂੰ ਕਿਉਂ ਵਿਸਾਰ ਦਿੱਤਾ? ਉਹਦੇ ਨਾਮ ਦੇ ਨਾਲ, ਉਹਦੇ ਸਿਮਰਨ ਦੇ ਨਾਲ ਤੂੰ ਜਿਹੜਾ ਹੈਗਾ ਉੱਧਰ ਸਕਦਾ ਹੈ ਸੰਸਾਰ ਸਮੁੰਦਰ ਤੋਂ। ਜਿਵੇਂ ਮਾਂ ਦੇ ਪੇਟ ਦੇ ਵਿੱਚ ਮਹਾਂਅਗਨ ਤੋਂ ਤੂੰ ਜਿਹੜਾ ਹੈਗਾ ਬਚ ਗਿਆ, ਉਵੇਂ ਹੀ ਇਹ ਸੰਸਾਰ ਤੋਂ, ਇਹ ਸਵਾਦਾਂ ਤੋਂ, ਇਹ ਰਸਾਂ ਕਸਾਂ ਤੋਂ ਤੂੰ ਬਚ ਸਕਦਾ ਹੈ। ਇਹਦੀ ਟ੍ਰਾਂਸਲੇਸ਼ਨ ਪੌੜੀ ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ। ਕਹਿੰਦੇ ਮਾਂ ਦਾ ਆਂਡਾ ਰਕਤ ਤੇ ਪਿਓ ਦਾ ਬਿਰਛ ਬਿੰਦ ਕਰ ਨਿੰਮਿਆ, ਇਹਦੇ ਨਾਲ ਰਚਨਾ ਹੋ ਗਈ। ਅਗਨ ਉਦਰ ਮਝਾਰ, ਪੇਟ ਦੀ ਅੱਗ ਦੇ ਵਿੱਚ, ਅਗਨ ਕੁੰਡ ਦੇ ਵਿੱਚ। ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਕਹਿੰਦੇ ਸਿਰ ਥੱਲੇ, ਉਰਦਮੁਖ, ਕੁਚੀਲ ਬਹੁਤ ਹੀ ਗੰਦਾ, ਬਿਕਲ ਜਿੱਥੇ ਕਿ ਕੋਈ ਸਾਧਨ ਵੀ ਨਹੀਂ ਹੈਗੇ ਆ, ਕੋਈ ਕੱਲ ਨਹੀਂ ਹੈਗੀ ਆ। ਨਰਕ ਘੋਰ ਗੁਬਾਰ, ਇੰਨਾ ਜਿਹੜਾ ਘੋਰ ਨਰਕ ਹੈ, ਗੁਬਾਰ ਆ, ਕੁਛ ਵੀ ਨਹੀਂ ਹੈ ਦੇਖਣ ਨੂੰ, ਕੁਛ ਨਜ਼ਰ ਹੀ ਨਹੀਂ ਆਉਂਦਾ। ਹਰ ਸਿਮਰਤ ਤੂੰ ਨਾ ਚਲੈ ਮਨੇ ਤਨੇ ਔਰ ਧਾਰ। ਕਹਿੰਦੇ ਉੱਥੇ ਤੂੰ ਸਰਦਾ ਨਹੀਂ ਹੈ ਭਾਈ। ਪਰਮੇਸ਼ਰ ਦਾ ਸਿਮਰਨ ਹੈਗਾ ਤੇਰੇ ਕੋਲ ਮਨ ਤਨ ਦੇ ਵਿੱਚ, ਔਰ ਧਾਰ ਕੇ। ਬਿਖਮ ਥਾਨੋ ਜਿਹਨੇ ਰੱਖਿਆ ਤਿਸ ਤਿਲ ਨਾ ਵਿਸਾਰ। ਕਹਿੰਦੇ ਹੁਣ ਵੀ ਜਿਹੜਾ ਮਨ ਤੇ ਤਨ ਵਿੱਚ ਔਰ ਧਾਰ ਲਾ ਉਸ ਨੂੰ, ਸਿਮਰਨ ਨੂੰ। ਉਸ ਮਾਲਕ ਨੇ ਇੰਨੀ ਔਖੀ ਜਗ੍ਹਾ ਤੇ ਤੈਨੂੰ ਰਕਸ਼ਾ ਕੀਤੀ ਤੇਰੀ, ਉਹਨੂੰ ਤਿਲ ਵਾਸਤੇ ਵੀ ਨਾ ਵਿਸਾਰ ਪਾਏ। ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੈ ਜਨਮ ਹਾਰ। ਔਰ ਇੰਨੀ ਗੱਲ ਯਾਦ ਰੱਖ ਲਾ, ਸਰਟੀਫਾਈ ਕਰ ਰਿਹਾ ਗਿਆਨ, ਪੰਜਵੀਂ ਪਾਤਸ਼ਾਹੀ ਸ਼ਾਦੀ ਭਰ ਰਿਹਾ ਕਿ ਪ੍ਰਮਾਤਮਾ ਨੂੰ ਵਿਸਾਰ ਕੇ ਸੁਖ ਤੈਨੂੰ ਮਿਲ ਹੀ ਨਹੀਂ ਸਕਦਾ, ਔਰ ਜਨਮ ਤੇਰਾ ਜਿਹੜਾ ਆ ਮਨੁੱਖੀ ਜੀਵਨ ਹਾਰ ਕੇ ਜਾਏਗਾ। ਹਾਲੇ ਤੱਕ ਜੇ ਤੂੰ ਨਹੀਂ ਯਾਦ ਕੀਤਾ ਤੇ ਆ ਕੰਮ ਹੁਣ ਕਰ ਲਾ। ਪ੍ਰਭ ਬਿਸਰਤ ਸੁਖ ਕਦੇ ਨਾਹੇ, ਕਦੀ ਵੀ ਸੁਖੀ ਨਹੀਂ ਹੋ ਸਕਦਾ ਕੋਈ ਵੀ ਇਨਸਾਨ। ਆਪਾਂ ਨੂੰ ਮਾਇਆ ਦੇ ਵਿੱਚ ਸੁਖ ਨਜ਼ਰ ਆਉਂਦੇ ਆ। ਮਹਾਰਾਜ ਕਹਿੰਦੇ ਆ ਦੇਖੋ ਬ੍ਰਹਮ ਗਿਆਨੀ ਕੀ ਕਹਿ ਰਹੇ ਆ, ਸਾਡੇ ਗੁਰੂ ਕੀ ਕਹਿ ਰਹੇ, ਸਾਨੂੰ ਗਿਆਨ ਦੇ ਰਹੇ, ਸਿੱਖਿਆ ਦੇ ਰਹੇ ਆ, ਸਿੱਖਿਆ ਦੇ ਰਹੇ ਆ। ਗੁਰੂ ਦੀ ਸਾਖੀ ਹੈ। ਪ੍ਰਭ ਬਿਸਰਤ ਸੁਖ ਕਦੇ ਨਾਹੇ ਜਾਸੈ ਜਨਮ ਹਾਰ। ਐਡਵਾਂਸ ਦੇ ਵਿੱਚ ਦੱਸ ਰਿਹਾ ਵੀ ਜਨਮ ਹਾਰ ਕੇ ਜਾਏਗਾ। ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ। ਮਨ ਇੱਛਾ, ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਮਨ ਦੀਆਂ ਇੱਛਾ ਪੂਰੀਆਂ ਕਰਨ ਵਾਲਾ ਹੈ। ਔਰ ਸਾਰਾ ਕੁਝ ਦੇਖ ਲਓ, ਮਾਲਕ ਪਰਮਾਤਮਾ ਦਾਨ ਕਰ ਦਿੰਦਾ, ਦਾਨ ਦੇ ਵਿੱਚ ਆਪਾਂ ਨੂੰ ਮਿਲਦਾ। ਆਪਾਂ ਨੇ ਕੀ ਕੀਤਾ ਮਾਲਕ ਦਾ? ਸਰਬਤਰ ਆਸਾ ਪੂਰਨ ਹੈ, ਸਾਰੀਆਂ ਆਸਾ ਪੂਰਨ ਕਰਨ ਵਾਲਾ ਹੈ ਮਾਲਕ ਪਰਮਾਤਮਾ। ਇੱਛਾ ਤੇ ਆਸਾ, ਆਸ ਹੋ ਜਾਂਦੀ ਹੈ, ਫਿਰ ਇੱਛਾ ਪੈਦਾ ਹੁੰਦੀ, ਫਿਰ ਆਸ ਹੋ ਜਾਂਦੀ ਹੈ ਉਸ ਦੀ ਪੂਰਤੀ ਦੀ। ਖੰਡਣੰ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਉਹ ਮਾਲਕ ਪਰਮਾਤਮਾ ਸਾਰੇ ਕਾਲ ਕਲੇਸ਼ ਜਿਹੜੇ ਹੈਗੇ ਉਹਨਾਂ ਨੂੰ ਖੰਡਨ ਕਰਨ ਵਾਲਾ ਹੈ, ਮਿਟਾਉਣ ਵਾਲਾ ਹੈ, ਦੂਰ ਕਰਨ ਵਾਲਾ ਹੈ। ਪ੍ਰਭ ਸਿਮਰ ਨਾਨਕ ਨਹਿ ਦੂਰ ਨੇ। ਉਸ ਮਾਲਕ ਪਰਮਾਤਮਾ ਨੂੰ ਯਾਦ ਰੱਖ, ਸਮਰਨ ਕਰ ਉਹਦਾ। ਉਹ ਤੇਰੇ ਤੋਂ ਦੂਰ ਨਹੀਂ ਹੈ, ਤੇਰੇ ਨੇੜੇ ਹੀ ਹੈਗਾ, ਬਿਲਕੁਲ ਤੇਰੇ ਨਾਲ ਹੈਗਾ। ਤੇਰੀ ਘਰ ਵਾਲੀ ਹਾਲੇ ਤੇਰੇ ਤੋਂ ਦੂਰ ਆ, ਤੇਰਾ ਸਰੀਰ ਤੇਰੇ ਤੋਂ ਦੂਰ ਆ। ਉਹ ਮਾਲਕ ਪਰਮਾਤਮਾ ਉਸ ਤੋਂ ਵੀ ਨੇੜੇ ਹੈਗਾ। ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨੈ ਖੰਡਣੰ ਕਲ ਕਲੇਸੈ ਪ੍ਰਭ ਸਿਮਰ ਨਾਨਕ ਨਹਿ ਦੂਰਨੈ। ਹਬ ਰੰਗ ਮਾਣੇ ਜਿਸ ਸੰਗ ਤੈਸਿਉ ਲਾਈਏ ਨੇਹੋ। ਦੇਖ
ਸਾਰਾ ਕੁਝ ਜੋ ਵੀ ਤੈਨੂੰ ਖੁਸ਼ੀ ਆ ਰਹੀ ਹੈ, ਜੋ ਵੀ ਰੰਗ ਰਸ ਜੋ ਵੀ ਮਾਣ ਰਿਹਾ ਆ ਪਿਆਰਿਆ, ਜੋ ਵੀ ਸਵਾਦ ਲੈ ਰਿਹਾ ਆ, ਇਹ ਮਾਲਕ ਪਰਮਾਤਮਾ ਨੇ ਦਿੱਤੇ ਹੋਏ ਆ। ਹਬ ਰੰਗ ਮਾਣੇ ਜਿਸ ਸੰਗ, ਜਿਹਦੇ ਨਾਲ ਉਹ ਮਾਲਕ ਦੀ ਵਜ੍ਹਾ ਨਾਲ ਮਾਣ ਰਿਹਾ ਆ ਸਾਰੇ ਦੇ ਸਾਰੇ ਰੰਗ, ਸਾਰੇ ਦੇ ਸਾਰੇ ਸਵਾਦ। ਤੈਸਿਓਂ ਲਾਈਏ ਚਿੱਤ, ਤੈਸਿਓਂ ਲਾਈਏ ਨਿਉ, ਉਹਦੇ ਨਾਲ ਪਿਆਰ ਪਾ, ਉਹਦੇ ਨਾਲ ਪ੍ਰੀਤ ਪਾ। ਸੋ ਸ਼ੋ ਬਿੰਦ ਨਾ ਵਿਸਰੋਂ, ਨਾਨਕ ਜਿਨੇ ਸੁੰਦਰ ਰਚਿਆ ਦੇਹ। ਕਹਿੰਦੇ ਉਹ ਮਾਲਕ ਪਰਮਾਤਮਾ ਨੂੰ ਤਾਂ ਮੈਂ ਨਾ ਭੁਲਾਵਾਂ ਭਾਈ, ਇੱਕ ਬਿੰਦ ਵਾਸਤੇ ਵੀ, ਇੱਕ ਸਕਿੰਟ ਵਾਸਤੇ ਵੀ, ਜਿਨੇ ਇੰਨਾ ਸੁੰਦਰ ਮੇਰਾ ਸਰੀਰ ਬਣਾਇਆ ਹੈ। ਪੌੜੀ ਜੀਓ। ਹੁਣ ਦੇਖ ਲਓ ਕੀ ਹੈਗੇ ਆਪਾਂ, ਬਾਰ-ਬਾਰ ਆਪਾਂ ਨੂੰ ਪੁੱਛਣ ਦੀ ਲੋੜ ਨਹੀਂ। ਜੀਓ ਪ੍ਰਾਣ। ਹੁਣ ਜੀਓ ਦਿੱਤਾ ਆਪਣੇ ਅੰਦਰ, ਜੀਓ ਹੈਗਾ ਜੀਵ, ਜਿਉਂਦਾ ਜੀਓ। ਫਿਰ ਪ੍ਰਾਣ ਚਾਹੀਦੇ ਪਾਏ ਇਹਨੂੰ, ਜਿਹੜਾ ਹੈਗਾ ਜੀਓ ਨੂੰ, ਜਿਹੜਾ ਹੈਗਾ ਸਰੀਰ ਦੇ ਵਿੱਚ ਰੱਖਣ ਦੇ ਵਾਸਤੇ। ਇਸ ਤਨ ਦੇ ਵਿੱਚ ਤਨ ਚਾਹੀਦਾ, ਫਿਰ ਧਨ ਵੀ ਚਾਹੀਦਾ। ਜੀਓ ਦਿੱਤਾ ਪਰਮਾਤਮਾ ਨੇ, ਪ੍ਰਾਣ ਦਿੱਤੇ, ਤਨ ਦਿੱਤਾ, ਧਨ ਦਿੱਤਾ, ਸਾਰਾ ਧਨ ਦੌਲਤ। ਜਿਉ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ। ਆ ਜਿਹੜੇ ਦੁਨੀਆ ਦੇ ਪਦਾਰਥ ਰਸ ਭੋਗ ਰਹੇ ਆਪਾਂ, ਇਹ ਸਾਰੇ ਮਾਲਕ ਪਰਮਾਤਮਾ ਨੇ ਦਿੱਤੇ ਆ। ਆਪਾਂ ਤਾਂ ਭੋਗ ਵਿਲਾਸ ਦੇ ਵਿੱਚ ਮਗਨ ਹੈਗੇ ਆ, ਮਾਲਕ ਯਾਦ ਹੀ ਨਹੀਂ ਹੈਗਾ। ਬਸ ਕੈਸੇ ਦੇਖੋ ਥੈਂਕਲੈਸ ਹੈਗੇ ਆ ਆਪਾਂ। ਜਿਉ ਪ੍ਰਾਣ ਤਨ ਧਨ ਦੀਆ, ਦੀਨੇ ਰਸ ਭੋਗ। ਗ੍ਰਹਿ ਮੰਦਰ ਰਥ ਅਸ ਦੀਏ, ਰਚ ਭਲੇ ਸੰਜੋਗ। ਇੰਨਾ ਭਲਾ ਸੰਜੋਗ, ਆ ਘਰ, ਸੋਹਣੇ ਸੋਹਣੇ ਘਰ, ਔਰ ਰਥ ਅਸ, ਆ ਯਾਤਾਯਾਤ ਦੇ ਸਾਧਨ, ਕਾਰਾਂ, ਸਕੂਟਰ, ਘੋੜੇ, ਸਾਰੇ ਐਰੋਪਲੇਨ। ਦੇਖੋ ਮਾਲਕ ਪਰਮਾਤਮਾ ਨੇ ਸਾਰੇ ਦਿੱਤੇ ਹੋਏ, ਇੰਨੇ ਭਲੇ ਸੰਜੋਗ ਰਚੇ ਹੋਏ। ਅਸੀਂ ਜਿਹੜੇ ਹੈਗੇ ਉਮਰ ਦਿੱਤੀ ਹੋਈ ਆ ਆਪਾਂ ਨੂੰ, ਔਰ ਸਾਰੀ ਜਿਹੜੇ ਹੈ ਜੀਰੋ ਪ੍ਰਾਣ ਤਨ ਧਨ ਸਾਰੇ ਜਿਹੜੇ ਹੈਗੇ ਆਪਾਂ ਨੂੰ ਪੂਰੇ ਦੇ ਪੂਰੇ। ਦੇਖ ਲਓ ਆਪਣੇ ਅੰਦਰ ਜਿਹੜੀ ਹੈ ਸਰੀਰ ਦੇ ਅੰਦਰ ਜਿਹੜੇ ਹੈਗੇ ਕੈਸੇ ਕੰਬੀਨੇਸ਼ਨ ਬਣਾਇਆ। ਫਿਰ ਅੱਗੇ ਸੁਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਬੱਚੇ ਦਿੱਤੇ ਆ, ਘਰਵਾਲੀ ਦਿੱਤੀ, ਘਰਵਾਲਾ ਦਿੱਤਾ, ਸੱਜਣ ਦਿੱਤੇ, ਸੇਵਕ ਦਿੱਤੇ ਸੇਵਾ ਕਰਨ ਦੇ ਵਾਸਤੇ। ਪ੍ਰਭ ਦੇਵਨ ਜੋਗ, ਉਹ ਮਾਲਕ ਪਰਮਾਤਮਾ ਦੇਣ ਵਾਲਾ ਹੈਗਾ, ਉਹਨੂੰ ਆਪਾਂ ਭੁਲਾ ਦਿੰਦੇ ਹਾਂ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਬਿਜੋਗ। ਕਹਿੰਦੇ ਸਮਰਨ ਕਰ ਲਏਗਾ ਪਿਆਰਿਆ, ਹਰਾ ਭਰਾ ਰਹੇਗਾ, ਤਨ ਵੀ ਹਰਾ, ਮਨ ਵੀ ਹਰਾ ਰਹੇਗਾ ਪਿਆਰਿਆ, ਮਨ ਵੀ ਹਰਾ ਰਹੇਗਾ, ਤੇਰੇ ਸਾਰੇ ਵਿਜੋਗ ਲੈ ਜਾਣਗੇ। ਸਾਧ ਸੰਗਤ, ਸਾਧ ਸੰਗ ਹਰ ਗੁਣ ਰਮੋ, ਬਿਨ ਸੇ ਸਭ ਰੋਗ। ਸਾਧ ਸੰਗਤ ਦੇ ਵਿੱਚ ਮਾਲਕ ਪਰਮਾਤਮਾ ਦੇ ਨਾਲ ਜੁੜ ਜਾ, ਮਾਲਕ ਪਰਮਾਤਮਾ ਦੇ ਗੁਣਾਂ ਦੇ ਵਿੱਚ ਰਮ, ਸਾਰੇ ਦੇ ਸਾਰੇ ਰੋਗ ਤੇਰੇ ਦੂਰ ਹੋ ਜਾਣਗੇ। ਸ਼ਲੋਕ। ਕੁਟੰਬ ਜਤਨ ਕਰਨੰ, ਮਾਇਆ ਅਨੇਕ ਉਦਮੈ। ਹਰ ਭਗਤ ਭਾਵਹੀਣੰ, ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ। ਕੁਟੰਬ, ਬੱਚੇ, ਘਰਵਾਲੀ, ਆ ਕੁਟੰਬ ਟੱਬਰ, ਇਹਦੇ ਵਾਸਤੇ ਜਤਨ ਕਰਨੰ, ਬੜੇ ਜਤਨ ਕਰਦਾ ਇਨਸਾਨ। ਮਾਇਆ ਅਨੇਕ ਉਦਮ ਹੈ, ਮਾਇਆ ਇਕੱਠੀ ਕਰਦਾ ਹੈ, ਅਨੇਕ ਉਦਮ ਕਰਦਾ ਹੈ। ਆ ਬਿਜ਼ਨਸ, ਆ ਵਧਾ ਲਓ, ਆ ਕਰ ਲਓ, ਆਹ ਕਰ ਲਓ। ਕੁਟੰਬ ਜਤਨ ਕਰਨੰ, ਮਾਇਆ ਅਨੇਕ ਉਦਮ ਹੈ। ਹਰ ਭਗਤ ਭਾਵਹੀਣੰ, ਨਾਨਕ ਪ੍ਰਭ ਬਿਸਰਤ ਤੇ ਪ੍ਰੇਤ ਤਹਿ। ਪਰਮਾਤਮਾ ਦੀ ਭਗਤੀ ਤੇ ਭਾਵ, ਪ੍ਰੇਮ, ਹੀਣੰ, ਪ੍ਰੇਮਾ ਭਗਤੀ ਤੋਂ, ਪਰਮਾਤਮਾ ਦੀ ਪ੍ਰੇਮਾ ਭਗਤੀ ਤੋਂ ਸਖਣਾ। ਨਾਨਕ ਪ੍ਰਭ ਬਿਸਰਤ, ਪਰਮਾਤਮਾ ਨੂੰ ਵਿਸਾਰ ਦਿੱਤਾ ਜਿਹਨੇ, ਤੇ ਪ੍ਰੇਤ ਤੈ, ਉਹ ਤਾਂ ਪ੍ਰੇਤ ਆ, ਪ੍ਰੇਤ। ਟੁੱਟੜੀਆ ਸਾ ਪ੍ਰੀਤ, ਜੋ ਲਾਈ ਬਿਅਨ ਸਿਉ। ਜਿਹੜੀ ਵੀ ਪ੍ਰੀਤ ਆਪਾਂ ਪਰਮਾਤਮਾ ਨੂੰ ਛੱਡ ਕੇ
ਆਕਾਰ ਦੇ ਨਾਲ, ਪਰਿਵਾਰ ਦੇ ਨਾਲ, ਜਿਹੜੇ ਸੰਸਾਰ ਦੇ ਨਾਲ ਲਾਵਾਂਗੇ ਉਹਨੇ ਟੁੱਟ ਜਾਣਾ ਆ। ਬੇਅੰਨ ਪਰਮਾਤਮਾ ਨੂੰ ਛੱਡ ਕੇ ਆਨ ਦੇ ਨਾਲ। ਟੁੱਟੜੀਆ ਸਾ ਪ੍ਰੀਤ ਜੋ ਲਾਈ ਬੇਅੰਨ ਸਿਉ, ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆਂ। ਆ ਗੁਰੂ ਸਾਡੇ ਕਹਿ ਰਹੇ ਭਾਈ, ਆ ਜਿਹੜੀ ਹੈਗੀ ਆ ਹੈਗੀ ਸੱਚੀ ਰੀਤ, ਆ ਹੈਗੀ ਸੱਚੀ ਟੈਕਨੀਕ, ਆ ਹੈਗਾ ਨਿਤਨੇਮ। ਸਾਈਂ ਸੇਤੀ ਰਤਿਆਂ, ਪਰਮਾਤਮਾ ਦੇ ਨਾਲ ਪ੍ਰੀਤ ਪਾਉਣਾ, ਰਤਨਾ ਮਾਲਕ ਪਰਮਾਤਮਾ ਦੇ ਨਾਲ ਇੱਕ ਮਿਕ ਹੋਣਾ, ਉਹਦੇ ਧਿਆਨ, ਪਰਮਾਤਮਾ ਦਾ ਧਿਆਨ ਕਰਨਾ, ਆਹੀ ਸੱਚੀ ਰੀਤ ਹੈਗੀ। ਨਹੀਂ ਤਾਂ ਆਪਾਂ ਜਿਹੜੇ ਹੈਗੇ ਦੇਖ ਲਓ, ਪਰਿਵਾਰ ਦੇ ਨਾਲ, ਆਕਾਰ ਦੇ ਨਾਲ, ਸਾਰਾ ਜਿਹੜਾ ਹੈਗਾ ਇਹਦੇ ਵਿੱਚ ਹੀ ਇਸੇ ਨੂੰ ਟੌਪ ਪ੍ਰਾਇਰਟੀ ਦਿੰਦੇ ਆ। ਮਾਲਕ ਨਹੀਂ ਕਹਿੰਦਾ ਕਿ ਜਿਹੜਾ ਹੈਗਾ, ਗੁਰੂ ਨਹੀਂ ਕਹਿੰਦੇ ਕਿ ਇਹਨੂੰ ਛੱਡ ਦੇ, ਉਹ ਕਹਿੰਦੇ ਭਾਈ ਸ਼ਿਫਟ ਹੋ ਜਾ, ਦਿਲੋਂ ਪਿਆਰ ਮਾਲਕ ਦੇ ਨਾਲ ਪਾ, ਇਹਨਾਂ ਦੇ ਨਾਲ ਆਪਣਾ ਫਰਜ਼ ਪੂਰਾ ਕਰ, ਉਸ ਤੋਂ ਬਾਅਦ ਇਹਨਾਂ ਦੇ ਨਾਲ ਦੇਖ, ਤੂੰ ਇਹਨਾਂ ਨੂੰ ਦੇਖ, ਪਹਿਲਾਂ ਪਹਿਲ ਮਾਲਕ ਨੂੰ ਦੇ। ਪੌੜੀ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ। ਜਿਸ ਬਿਸਰਤ, ਹੁਣ ਦੇਖੋ ਫਾਈਨਲ ਕੀ ਹੋਣਾ ਜੇ ਆਪਾਂ ਨੇ ਨਹੀਂ ਲਾਈ, ਮਾਲਕ ਨੂੰ ਭੁਲਾ ਕੇ ਰੱਖਿਆ, ਸਾਰਾ ਜੀਵਨ ਗੁਜ਼ਾਰ ਦਿੱਤਾ, ਤੇ ਕੀ ਹੋ ਜਾਣਾ ਹੈ? ਫਾਈਨਲੀ ਤਾਂ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਟਾਈਮ ਆ ਜਾਣਾ ਹੈ, ਮੌਤ ਹੋ ਜਾਣੀ ਆਪਣੀ। ਔਰ ਆ ਸਰੀਰ ਜਿਹੜਾ ਹੈਗਾ, ਸੋਹਣਾ ਸਰੀਰ ਜਿਹੜਾ ਹੈਗਾ, ਇਹਨੂੰ ਜਿਹੜਾ ਸਾੜ ਦੇਣਾ, ਜਾਂ ਜੋ ਵੀ ਪਾਣੀ ਜਲ ਪ੍ਰਵਾਹ ਕਰ ਦੇਣਾ, ਜੋ ਕੁਝ ਵੀ ਕਰ ਦੇਣਾ ਭਾਈ, ਭਸਮ ਹੋ ਜਾਣਾ ਇਹਨੇ। ਇਸ ਸਰੀਰ ਨੂੰ ਜਿਹੜਾ ਹੈਗਾ ਨਹੀਂ ਭਸਮ ਕਰਾਂਗੇ ਤੇ ਅਗਲੇ ਕਹਿਣਗੇ ਚੱਕੋ ਇਹਨੂੰ, ਪ੍ਰੇਤ ਨੂੰ। ਜਿਸ ਵਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ। ਖਿਨ ਖਿਨ ਗ੍ਰਹਿ ਮੈਂ ਬਸਨ ਨਾ ਦੇਵਈ, ਜਿਨ ਸਿਉ ਸੋਈ ਹੇਤ। ਜਿਨ੍ਹਾਂ ਦੇ ਨਾਲ ਪਿਆਰ, ਜਿਨ੍ਹਾਂ ਦੇ ਨਾਲ ਸਾਰਾ ਜੀਵਨ ਲਗਾ ਦਿੱਤਾ, ਜਿਨ੍ਹਾਂ ਦੇ ਉੱਤੇ ਸਾਰਾ ਜੀਵਨ ਲਗਾ ਦਿੱਤਾ, ਉਹੀ ਜਿਹੜੇ ਹੈਗੇ ਬੱਚੇ, ਘਰਵਾਲੀ, ਘਰਵਾਲਾ, ਸਾਰੇ ਰਿਸ਼ਤੇਦਾਰ, ਸਗੇ ਸੰਬੰਧੀ ਇੱਕ ਖਿੰਨ ਵਾਸਤੇ ਨਹੀਂ ਰੱਖਣ ਦਿੰਦੇ। ਕਹਿੰਦੇ ਲੈ ਜਾਓ ਭਾਈ, ਪ੍ਰੇਤ ਆ, ਪ੍ਰੇਤ ਨੂੰ ਸਾੜੋ ਇਹਨੂੰ। ਖਿੰਨ ਗ੍ਰਹਿ ਮੈਂ ਵਸਨ ਨਾ ਦੇਵ ਹੀ, ਨਹੀਂ ਰਹਿਣ ਨਹੀਂ ਦੇਣਗੇ ਘਰ ਦੇ ਵਿੱਚ ਲਾਸ਼ ਨੂੰ। ਜਿਨ ਸਿਉ ਸੋਈ ਹੇਤ, ਜਿਨ੍ਹਾਂ ਦੇ ਨਾਲ ਹੇਤ ਲਾਇਆ ਸੀਗਾ। ਕਰ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤ। ਔਰ ਇੰਨਾ ਅਨਰਥ ਕਰਕੇ, ਇੰਨੇ ਪਾਪ ਕਰਕੇ, ਇੰਨਾ ਧੋਖਾ ਦੇ ਕੇ, ਜਿਹੜੀ ਪ੍ਰਾਪਰਟੀ, ਜਿਹੜਾ ਧਨ ਦੌਲਤ, ਜਿਹੜਾ ਬੈਂਕ ਬੈਲੈਂਸ, ਜੋ ਕੁਛ ਵੀ ਘਰ, ਮਹਿਲ, ਮਾੜੀਆਂ, ਕਾਰਾਂ, ਜੋ ਕੁਛ ਵੀ ਹੈਗਾ, ਸੋ ਕਾਰਜ ਕੇਤ। ਤੇਰੇ ਕਿਹੜੇ ਕੰਮ ਆ ਹੁਣ ਦੱਸ ਪਿਆਰਿਆ, ਕੀ ਕਰਨਾ ਹੁਣ ਇਹਨਾਂ ਦਾ? ਕਰ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤ। ਜੈਸਾ ਬੀਜੇ ਸੋ ਲੁਣੇ, ਕਰਮ ਇਹ ਖੇਤ। ਹਾਲੇ ਵੀ ਸਮਾਂ ਹੈਗਾ, ਹਾਲੇ ਵੀ ਬੀਜ, ਦੂਸਰਾ ਬੀਜ ਪਾਲਾ ਪਿਆਰਿਆ, ਹਾਲੇ ਵੀ ਬੀਜ ਬਦਲਣਾ ਆਪਣਾ। ਇਹ ਮਾਇਆ ਦੇ ਬੀਜ, ਧਨ ਦੌਲਤ ਦੇ ਬੀਜ, ਇਹ ਪਦਾਰਥਾਂ ਦੇ ਬੀਜ ਨਾ ਬੀਜ। ਬੀਜ ਬਦਲ, ਬੀਜ ਬਦਲ, ਬੀਜ ਬਦਲ। ਜੈਸਾ ਬੀਜੈ ਸੋ ਲੁਣੇ, ਕਰਮ ਇਹ ਖੇਤ। ਬਸ ਖੇਤ ਹੈਗਾ ਪਾਏ, ਕਰਮਾ ਸੰਦੜਾ ਖੇਤ ਆ, ਜੋ ਬੀਜੇਗਾ ਉਹ ਮਿਲਣਾ ਹੈ ਤੈਨੂੰ। ਬੀਜ ਬਦਲ ਲਾ, ਬੀਜ ਬਦਲ ਲਾ। ਅਕਿਰਤ ਕਣਾ ਹਰ ਵਿਸਰਿਆ, ਜੋਨੀ ਪਰਮੇਤ। ਨਹੀਂ ਮੰਨਦਾ ਭਾਈ, ਨਹੀਂ ਮੰਨਦਾ। ਅਕਿਰਤ ਕਾਣਿਆ, ਜਿੰਨਾ ਮਾਲਕ ਨੇ ਦੇਖੋ ਸਾਰਾ ਕੁਛ, ਇਹ ਸਰੀਰ, ਮਨ, ਤਨ, ਸਾਰਾ ਕੁਛ ਦੇਣ ਵਾਲਾ ਉਹ ਮਾਲਕ ਪਰਮਾਤਮਾ, ਉਹਨੂੰ ਨਹੀਂ ਲਿਆਉਂਦਾ ਆਪਣੀ ਯਾਦ ਦੇ ਵਿੱਚ। ਅਕਿਰਤ ਕਾਣ ਨਹੀਂ ਕਹਿੰਦੇ, ਮੈਂ ਨਹੀਂ ਬੀਜ ਬਦਲਣਾ। ਪਰਮਾਤਮਾ ਨੂੰ ਭੁਲਾ ਦਿੰਦਾ ਹੈ, ਮਾਇਆ ਵਾਲਾ ਹੀ ਬੀਜ ਬੀਜਦਾ ਹੈ। ਜੋਨੀ ਪਰਮੇਤ ਲਓ, ਫਿਰ ਉਹਦੇ ਲਈ ਤਾਂ ਕੋਈ ਆਪਸ਼ਨ ਹੀ ਨਹੀਂ ਹੈ ਭਾਈ। ਜੂਨਾਂ ਦੇ ਵਿੱਚ ਭਰਮਦਾ ਹੈ ਫਿਰ। ਅਕਿਰਤ ਕਣਾ ਹਰ ਵਿਸਰਿਆ, ਜੋਨੀ ਪਰਮੇਤ। ਬਿਲਕੁਲ ਦੇਖੋ ਪੱਥਰ ਦੀ ਲਕੀਰ ਹੈ, ਸੱਚਾਈ ਹੈਗੀ, ਇਹਨੂੰ ਕੋਈ ਮੁਨੱਕਰ ਨਹੀਂ, ਇਸ ਤੋਂ ਕੋਈ ਉਹ ਨਹੀਂ ਹੋ ਸਕਦੇ ਆਪਾਂ ਜਿਹੜੇ ਹੈਗੇ।
ਵਿਚਾਰ ਕੇ ਦੇਖ ਲਓ, ਬਿਲਕੁਲ ਇਸ ਤਰ੍ਹਾਂ ਹੀ ਹੋ ਰਿਹਾ ਹੈ। ਸ਼ਲੋਕ ਕੋਟ ਦਾਨ ਇਸ਼ਨਾਨੰ ਅਨਕ ਸੋਧਨ ਪਵਿੱਤਰਤਾ। ਕੋਟ ਦਾਨ ਇਸ਼ਨਾਨੰ ਅਨਕ ਸੋਧਨ ਪਵਿੱਤਰਤਾ। ਕਿੱਥੇ ਕਿੱਥੇ ਇਨਸਾਨ ਜਿਹੜਾ ਹੈਗਾ ਤਰਲੇ ਕਰਦਾ ਫਿਰਦਾ ਹੈ, ਕਿੱਥੇ ਕਿੱਥੇ ਕਰੋੜਾਂ ਦਾਨ ਕਰਦਾ, ਇਸ਼ਨਾਨ ਕਰਦਾ, ਅਨੇਕਾਂ ਹੀ ਤਰੀਕੇ ਨਾਲ ਸੁਧਾਈ ਕਰਦਾ ਹੈ ਪਵਿੱਤਰ ਹੋਣ ਦੇ ਵਾਸਤੇ। ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ। ਉਹ ਪਿਆਰਿਆ ਧਿਆਨ ਸਿਮਰਨ ਕਿਉਂ ਨਹੀਂ ਕਰਦਾ ਜਿਹਦੇ ਨਾਲ ਸਾਰਾ ਕੁਛ ਹੀ ਹੋ ਜਾਂਦਾ ਹੈ? ਕਰੋੜਾਂ ਦਾਨ ਹੋ ਗਏ, ਕਰੋੜਾਂ ਇਸ਼ਨਾਨ ਹੋ ਗਏ, ਸਾਦੇ ਤਰੀਕੇ ਨਾਲ ਸੁਧਾਈ ਹੋ ਗਈ, ਤੇਰੀ ਤਨ ਵੀ ਤੇ ਮਨ ਵੀ ਹਰਾ ਭਰਾ ਹੋ ਗਿਆ। ਉਚਰੰਤ ਨਾਨਕ ਹਰ ਹਰ ਰਸਨਾ ਨਾ ਸਰਬ ਪਾਪ ਵਿਮੁਚਤੇ। ਔਰ ਤੇਰੇ ਪਿਛਲੇ ਪਾਪ ਕਮਾਏ ਹੋਏ ਵੀ ਖਤਮ ਹੋ ਜਾਣਗੇ। ਤੇਰਾ ਲੇਖਾ ਜਿਹੜਾ, ਤੇਰੀਆਂ ਲੀਹਾਂ ਜਿਹੜੀਆਂ ਹੈਗੀਆਂ, ਸੰਸਕਾਰ ਜਿਹੜੇ ਹੈਗੇ ਉਹ ਵੀ ਮਿਟ ਜਾਣਗੇ। ਕੋਟ ਦਾਨ ਇਸ਼ਨਾਨੰ ਅਨਕ ਸੋਧਨ ਪਵਿੱਤਰਤਾ ਹੈ। ਉਚਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਵਿਮੁਚਤੇ। ਇਹ ਕਿਵੇਂ ਜਿਹੜਾ ਹੈਗਾ ਹੋ ਜਾਂਦਾ ਹੈ? ਕਿਸ ਤਰੀਕੇ ਦੇ ਨਾਲ ਜਿਹੜੇ ਹੈਗੇ ਆ ਇਹ ਇੰਨੇ ਪਾਪ, ਮੇਰੇ ਕਰੋੜਾਂ ਜਨਮਾਂ ਦੇ ਪਾਪ ਕੀਤੇ ਹੋਏ, ਅਣਗਿਣਤ ਜਨਮਾਂ ਦੇ ਪਾਪ ਕੀਤੇ ਹੋਏ, ਕਿਵੇਂ ਜਿਹੜੇ ਹੈਗੇ ਸਾਰੇ ਇੰਨੇ ਪਾਪ ਇਕੱਠੇ ਦੇ ਇਕੱਠੇ ਜਿਹੜੇ ਇਹ ਮਾੜੇ ਜਿਹੇ ਧਿਆਨ ਸਿਮਰਨ ਦੇ ਨਾਲ ਕਿਸ ਤਰ੍ਹਾਂ ਜਿਹੜੇ ਹੈਗੇ ਮਿਟ ਜਾਂਦੇ ਆ, ਕਿਵੇਂ ਖਤਮ ਹੋ ਜਾਂਦੇ ਆ? ਈਂਧਣ ਕੀਤੋ ਮੂੰਹ ਗਣਾ ਪੋਰੀ ਦਿੱਤਿਮ ਪਾਏ। ਦੇਖ ਪਿਆਰੇ, ਜਿੰਨਾ ਮਰਜੀ ਲੱਕੜ ਲਿਆ, ਜਿੰਨੀ ਮਰਜੀ ਲੱਕੜ ਲਿਆ, ਹੋਰ ਕਰ ਲਾ ਪਾਪ, ਜਿੰਨੇ ਮਰਜੀ ਕਰ ਲਾ, ਮਾੜੀ ਜਿਹੀ ਅੱਗ ਲਾ ਦੇ, ਬਸ ਮਾੜਾ ਜਿਹਾ ਧਿਆਨ ਸਿਮਰਨ ਕਰ। ਈਂਧਣ ਕੀਤੋ ਮੂੰਹ ਗਣਾ ਪੋਰੀ ਦਿੱਤਮ ਪਾਏ। ਮਨੇ ਵਸੰਦੜੋ ਸੱਚ ਸ਼ੋ ਨਾਨਕ ਹੱਬੇ ਦੁਖੜੇ ਉਲਾਹੇ। ਮਨ ਦੇ ਵਿੱਚ ਵਸਾਲਾ ਸੱਚ ਨੂੰ, ਸ਼ੋ ਨੂੰ, ਉਹ ਮਾਲਕ ਪਰਮਾਤਮਾ ਨੂੰ, ਉਹਦੇ ਨਾਲ ਪਿਆਰ ਪਾਲਾ, ਸਾਰੇ ਦੇ ਸਾਰੇ ਤੇਰੇ ਪਾਪ ਸਾਰੇ ਦੇ ਸਾਰੇ ਇਸ ਤਰੀਕੇ ਦੇ ਨਾਲ ਸੜ ਜਾਂਦੇ ਆ ਭਾਈ। ਈਂਧਣ ਕੀਤੋ ਮੂੰਹ ਖਣਾ ਪੋਰੀ ਦਿੱਤਿਮ ਪਾਏ। ਮਨੇ ਵਸੰਦੜੋ ਸੱਚ ਸ਼ੋ ਨਾਨਕ ਹੱਬੇ ਦੁਖੜੇ ਉਲਾਹੇ। ਸਾਰੇ ਦੇ ਸਾਰੇ ਦੁੱਖ ਹੋ ਗਏ। ਪੌੜੀ ਇਹਦੀ ਐਕਸਪਲੇਨੇਸ਼ਨ ਪੰਜਵੀਂ ਪਾਤਸ਼ਾਹੀ ਖੁਦ ਕਰ ਰਹੇ। ਕੋਟ ਅਗਾਹ ਸਭ ਨਾਸ ਹੋਏ ਸਿਮਰਤ ਹਰ ਨਾਉ। ਕਰੋੜਾਂ ਪਾਪ, ਉੱਗੇ ਪਾਪ ਸਾਰੇ ਨਾਸ ਹੋ ਜਾਂਦੇ ਆ ਪਰਮੇਸ਼ਰ ਨੂੰ ਸਮਰਨ ਕਰਨ ਦੇ ਨਾਲ। ਮਨ ਚਿੰਦੇ ਫਲ ਪਾਈਏ ਹਰ ਕੇ ਗੁਣ ਗਾਓ। ਮਨ ਚਿੰਦੇ ਫਲ ਪ੍ਰਾਪਤ ਹੋ ਜਾਂਦੇ ਆ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ, ਉਹਦੀ ਭਗਤੀ ਕਰਨ ਦੇ ਨਾਲ। ਜਨਮ ਮਰਨ ਭੈ ਕੱਟੀਏ ਨਿਸ਼ਚਲ ਸੱਚ ਥਾਉ। ਜਨਮ ਮਰਨ ਦਾ ਡਰ ਵੀ ਖਤਮ ਹੋ ਜਾਂਦਾ ਹੈ। ਜਨਮ ਜੂਨਾਂ 'ਚ ਜਾਂਦਾ ਹੀ ਨਹੀਂ ਇਨਸਾਨ, ਜੰਮਦਾ ਮਰਦਾ ਨਹੀਂ ਹੈ। ਨਿਸ਼ਚਲ ਸੱਚ ਥਾਨ, ਉਹ ਮਾਲਕ ਦਾ ਮਹਿਲ ਪ੍ਰਾਪਤ ਹੋ ਜਾਂਦਾ ਹੈ। ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ। ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ। ਜੇ ਲਿਖਾਂਗੇ ਆਪਾਂ ਭਾਈ, ਪਹਿਲਾਂ ਲਿਖਣਾ ਪੈਣਾ ਹੈ। ਪਹਿਲਾਂ ਜਿਹੜਾ ਹੈਗਾ ਇਹ ਲਿਖਣ ਵਾਸਤੇ ਆਪਾਂ ਨੂੰ ਇਹ ਮਨੁੱਖਾ ਜੂਨ ਮਿਲੀ ਹੋਈ ਹੈ। ਇਹ ਲਿਖਤ ਕਰਨੀ ਪੈਣੀ ਹੈ। ਆਪ ਕਲਮ ਆਪਣੇ ਕੋਲ ਆ, ਬੀਜ ਬੀਜਣਾ ਪੈਣਾ ਹੈ। ਜਿਉਂ ਇਹ ਬੀਜ ਬੀਜਾਂਗੇ, ਇਹ ਧਿਆਨ ਸਿਮਰਨ ਵਾਲਾ ਬੀਜ, ਤੇ ਇਹ ਲਿਖਤ ਹੋ ਜਾਏਗੀ, ਇਹ ਲਿਖਿਆ ਜਾਏਗਾ। ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ। ਤਾਂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਸਮਾਈ ਹੋ ਜਾਂਦੀ ਹੈ। ਆਹ ਬੀਜ ਬੀਜਦੇ ਆ ਤੇ ਚਰਨਾਂ ਦੇ ਵਿੱਚ ਸਮਾਈ ਹੋ ਜਾਂਦੀ। ਆਹ ਲਿਖਤ ਹੈਗੀ ਆ। ਇਸ ਲਿਖਣ ਵਾਸਤੇ, ਇਸੇ ਵਾਸਤੇ ਆਪਾਂ ਆਏ ਹਾਂ। ਕਹਿੰਦੇ ਪਹਿਲਾਂ ਇਹ ਕੰਮ ਕਰਨਾ ਪੈਣਾ ਹੈ। ਪੂਰਬ ਹੋਵੇ ਲਿਖਿਆ, ਆਪਾਂ ਕਹਿੰਦੇ ਆ ਵੀ ਪਹਿਲਾਂ ਜਿਹੜਾ ਹੈਗਾ ਸਾਨੂੰ ਜਿਹੜਾ ਹੈਗਾ ਸਾਡੀ ਸੁਰਤ ਜੁੜ ਜਾਏ, ਸਾਨੂੰ ਪ੍ਰੋਗਰੈਸ ਆ ਜਾਏ। ਬਗੈਰ ਜਿਹੜਾ ਹੈਗਾ ਚਾਹੁੰਦੇ ਹਾਂ, ਬਗੈਰ ਉੱਤੇ ਸਵਾਸ ਲਗਾਏ, ਬਗੈਰ ਧਿਆਨ ਸਿਮਰਨ ਕੀਤੇ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਹੈ ਪ੍ਰੋਗਰੈਸ ਹੋ ਜਾਏ ਇੱਕਦਮ। ਪੂਰਬ ਹੋਵੇ ਲਿਖਿਆ ਹਰ ਚਰਨ ਸਮਾਉ। ਕਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਬਲ ਜਾਉ। ਇਹ ਮੇਰੇ ਮਾਲਕਾ ਮਿਹਰ ਕਰ, ਮੈਨੂੰ ਰੱਖ ਲਾ, ਮੈਨੂੰ ਇਹ ਧਿਆਨ ਸਿਮਰਨ ਦੇ, ਮੈਨੂੰ ਆਪਣੀ ਯਾਦ ਦੇ, ਮੈਂ ਬਲਿਹਾਰ ਹੋਵਾਂ ਤੇਰੇ ਉੱਤੇ ਮਾਲਕਾ।
श्लोक ग्रह रचना अपारंग मने विलास स्वादंग रस ग्रह रचना अपारंग मने विलास स्वादंग रस ये घर गृहस्थी जो है इन्ने स्वाद रस दे इन्ने रसदायक है सारे के सारे इन्ने विलास भोग विलास ग्रह रचना अपारंग मन विलास स्वादंग रस है। एक सेकंड जी अपारंग ग्रह रचना अपारंग मन विलास स्वादंग रस है कदांच न सिमरंत नानक ते जंत बिष्टा कृम है। कभी भी कहते सिमरन है नहीं गा आ भोग विलास 24/7 जो मालक ने आ जेडे घर गृहस्थी रचना हैगी ये अपार जेडे इन्ने इन्ने चोगा खिलारिया पिया है बस मन दे विच यही विलास स्वाद रस रस कदी भी परमेश्वर नूं सिमरन नहीं किया स्मरण नहीं किया जिन्हें मालक ने ये सारा कुछ दिता है। ते ऐसे इंसान कहते आ ते जंत बिष्टा किरम है बिष्टा कहते गंदगी गूं दे कीड़े है भाई। देखो की कह रहे महाराज ग्रह रचना अपारंग मन विलास स्वादंग रस है कदांच न सिमरंत नानक ते जंत बिष्टा किरम है मुच अडंबर हब केह मंज मोहब्बत नेह सो साईं जै विसरै नानक सो तन खे। मुच अडंबर मुच कहते बहुत ज़्यादा अडंबर आ जो कुछ इकट्ठा किया है सारा अडंबर ये विस्तार हब के सारा कुछ मंज मुहब्बत नेह ये नाल ही जो ये नाल ही प्यार सो साईं जै विसरै वो मालक परमात्मा जिन्हों भी विसर जाता आ नानक सो तन खे वो शरीर खे आ पाई खे आ मनुखी शरीर पाया खे आ। पौड़ी सुंदर सेज अनेक सुख रस भोगन पूरे सोहनी सेजा है सोहने सेज की हैगी रस मानने वास्ते आपां नूं फैसिलिटियां सुंदर सेज अनेक सुख अनेक ही सुख रस भोगन पूरे पूरा पूरी तरह जिहड़ा हैगा किसी पासों कोई कमी नहीं हैगी इन्हां दे रसां दे विच इन्हां दे भोग विलासां दे विच। ग्रह सोयन चंदन सुगंध लाए मोती हीरे और सोने दे घर इन्ना पूरा धन दौलत चंदन खुशबू सेंट अगर सारे सुगंधा मोती हीरे लगे है इन्नी ज़्यादा धन दौलत मन इच्छे सुख माणदा सब मन इच्छे सुख माणदा किछ नाहे विसूरे कोई प्रॉब्लम नहीं शरीर भी स्वस्थ है कोई बीमारी नहीं है मन की जो इच्छा करता है वही सुख वही अज आ बना लो अज आ खा लो अज इत्थे चलिए अज उत्थे चलिए मन इच्छे सुख माणदा किछ नाहे विसूरे कोई तकलीफ नहीं है। सो प्रभ चित्त ना आवे बिष्टा के कीरे मालक चित नहीं आ रहा तू गंदगी का कीड़ा है प्यारिया गंदगी का कीड़ा है गाया बिन हर नाम ना शांत होए कित बिद मन तीरे नहीं शांति मिलनी नाम तो बगैर किमें तेरा मन धीरज करूँगा प्यारिया किमें करूँगा आज्ञा सड़ता जाएगा सड़ जाएगा बस टाइम आ जाएगा ख़त्म हो जाएगा तेरा। श्लोक चरण कमल बिरहंग खोजंत बैरागी दह दिसै जिन्हों हुण आ देखो जिहड़ा जिन्हों आ ज्ञान जिहड़ा हैगा ये श्लोक जिहड़ा हैगा जिहदे अंदर घर कर गए तो परमेश्वर दे जिहड़े हैगे उन्हें मालक वाल नूं शिफ्ट होना है उन्हें मालक परमात्मा दे ध्यान सिमरन जिहड़े हैगे स्मरण मालक नूं मालक दे चरण लभणे है पाए उहदा बिरहा हो जाना उहनूं खिच आ जानी है बैरागी हो जाना है उन्हें जिमें कोई जिहड़ा हैगा बैरागी होके 10 दिशावां दे विच भाल करदा है। चरण कमल बिरहंग खोजंत बैरागी दह दिसै
त्यागंत कपट रूप माया, नानक आनंद रूप साध संगम है। ਕੀ ਕਰਦਾ ਹੈ? ਕਹਿੰਦੇ ਇਹ ਕਪਟ ਹੈ, ਇਹ ਤਾਂ ਧੋਖਾ ਹੈ, ਇਹ ਤਾਂ ਟਰੈਪ ਹੈ, ਇਹ ਤਾਂ ਫਸਾਇਆ ਹੋਇਆ, ਮੈਨੂੰ ਜਾਲ ਦੇ ਵਿੱਚ ਫਸਿਆ ਹੋਇਆ ਮੈਂ। ਉਸੇ ਵੇਲੇ ਨਿਕਲਦਾ ਹੈ ਭਾਈ, ਤਿਆਗੰਤ ਕਪਟ ਰੂਪ ਮਾਇਆ, ਇਹ ਛਾਲਿਆ ਭਾਈ। ਨਾਨਕ ਆਨੰਦ ਰੂਪ ਸਾਧ ਸੰਗਮ ਹੈ। ਕਹਿੰਦੇ ਆਨੰਦ ਰੂਪ ਆ ਸਾਧ ਸੰਗਤ, ਸਾਧ ਸੰਗਮ, ਗੁਰੂ ਦੀ ਸੰਗਤ ਆਨੰਦ ਰੂਪ ਆ। ਮਨ ਸਾਈ ਮੁਖ ਉਚਰਾ ਵੱਤਾ ਹੱਬੇ ਲੋ। ਬਸ ਜਿਹਦੇ ਮਨ ਦੇ ਵਿੱਚ ਮਾਲਕ ਆ, ਮੁਖ ਦੇ ਵਿੱਚ ਪਰਮੇਸ਼ਰ ਦਾ ਨਾਮ ਆ, ਭਾਵੇਂ ਜਿੱਥੇ ਮਰਜੀ ਜਾਏ, ਜਿੱਥੇ ਮਰਜੀ ਸਾਰੀ ਦੁਨੀਆ ਦੇ ਵਿੱਚ ਘੁੰਮ ਲੈ ਭਾਈ। ਵੱਤਾ ਹੱਬੇ ਲੋ, ਵੱਤਾ ਹੱਬੇ ਲੋ, ਨਾਨਕ ਹੱਬ ਅਡੰਬਰ ਕੂੜਿਆ, ਸੁਣ ਜੀਵਾਂ ਸੱਚੀ ਸੋਏ। ਸਾਰੇ ਅਡੰਬਰ ਬਾਕੀ ਸਾਰੇ ਜਿਹੜੇ ਆ ਕੂੜ ਹੈਗੇ ਭਾਈ, ਕਿ ਮੈਂ ਤਾਂ ਉਹ ਸੱਚੇ ਮਾਲਕ ਪਰਮਾਤਮਾ ਦੀ ਸੋਭਾ ਸੁਣ ਕੇ ਜਿਉਂਦਾ ਹੈ। ਪੌੜੀ ਬਸਤਾ ਟੂਟੀ, ਟੂਟੀ ਚੁੰਪੜੀ, ਚੀਰ ਸਭ ਛਿੰਨਾ। ਇੰਨਾ ਗਰੀਬ ਹੋਏ ਕੋਈ ਇਨਸਾਨ, ਬਸਤਾ ਕਹਿੰਦੇ ਰਹਿੰਦਾ ਹੋਏ, ਟੂਟੀ ਝੁੰਪੜੀ, ਝੌਂਪੜੀ ਵੀ ਟੁੱਟੀ ਹੋਏ, ਮੀਂਹ ਦੇ ਨਾਲ ਮੀਂਹ ਟਪਕਦਾ ਹੋਏ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ। और कपड़े भी ऐसे फटे फटे हों, चीर सब छिन्ना, छिन पिन। जात ना पत ना आदरो, उद्यान पर मिन्ना। कहते जात नहीं आ, ना पत हैगी आ, ना इज्जत हैगी, ना उच्ची जात आ, ना कोई आदर दिंदा है। उद्यान पर मिन्ना, उद्यान कहते जंगल, जंगल दे विच भटकदा है, किते टिकाणा नहीं हैगा। मित्र ना इठ तन, मित्र ना इठ तन, रूपहीन किछ साक ना सिन्ना। कोई मित्र नहीं है, कोई इष्ट नहीं है, कोई धन नहीं है, कोई सोहना रूप भी नहीं हैगा, कोई साक नहीं हैगा, चंगा साक ना सिन्ना। साथी संबंधी, सैन, सिन्ना मतलब सैन। राजा सगली सृष्ट का हर नाम मन भिन्ना। सारी सृष्टि का राजा, कहते सारी सृष्टि का राजा है। जे किते परमेश्वर के नाम दे विच ओहदा मन भिज जाए, भावें कुछ भी ना होए ओहदे कोल। बसता टूटी झुंपड़ी, चीर सब छिन्ना। जात ना पत ना आदरो, उद्यान पर मिन्ना। मित्र ना इठ तन रूपहीन, किछ साक ना सिन्ना। राजा सगली सृष्ट का हर नाम मन भिन्ना। तिसकी धूड़ मन उधरै, प्रभ होए सुप्रसन्ना। कहते ਇਹੋ ਜਿਹੇ ਇਨਸਾਨ ਜਿਹੜਾ ਹੈਗਾ, ਜਿਹੜਾ ਪਰਮੇਸ਼ਰ ਦੇ ਨਾਮ ਦੇ ਵਿੱਚ ਭਿੱਜਿਆ ਹੋਇਆ ਆ, ਉਹਦੀ ਕਿਤੇ ਚਰਨਾਂ ਦੀ ਧੂੜ ਮਿਲ ਜਾਏ, ਉਹਦੀ ਸੰਗਤ ਮਿਲ ਜਾਏ। ਤਿਸਕੀ ਧੂੜ ਮਨ ਉਧਰੈ, हे ਮੇਰੇ ਮਨਾ ਉਧਰ ਜਾਏਗਾ। ਪ੍ਰਭ ਹੋਏ ਸੁਪਰਸੰਨਾ, तेरे उत्ते भी वो मालक परमात्मा खुश हो जाएगा। श्लोक अनक लीला राज रस रूपं, छतर चमर तख्त आसनं। अनक लीला, अनेकां ही जिहड़ा हैगा इंसान जिहड़ा हैगा राजा बन गया, राजियां वांगू लीला कर रहा है भाई। रस रूप, इन्ना रूप आ, रस रूप मान रहा है। ते छतर हैगा, उपर छतर आ, चमर कहते चवर हो रहा, सेवक पूरे तैयार आ बई, मालक कुछ मंगूगा। तख्त आसन है, तख्त दे उत्ते, आसन दे उत्ते बैठा है, राजा वांगू हुक्म चलदा है ओहदा। हर चीज़ अवेलेबल है, रस, हर रस, हरेक रूप ਉਹਨੂੰ ਭੋਗ ਸਕਦਾ ਹੈ। ਅਨਿਕ ਲੀਲਾ ਰਾਜ ਰਸ ਰੂਪੰ, ਛਤਰ ਚਮਰ ਤਖਤ ਆਸਨੰ। ਰਚੰਤ ਮੂੜ ਅਗਿਆਨ ਅੰਧ ਹੈ, ਨਾਨਕ ਸੁਪਨ ਮਨੋਰਥ ਮਾਇਆ। ਕਹਿੰਦੇ ਇਹਦੇ ਵਿੱਚ ਰਚਿਆ ਹੋਇਆ ਹੈ ਮੂਰਖਾ, ਮੂੜਿਆ, ਅਗਿਆਨੀਆਂ, ਅੰਨਿਆ। ਇਹ ਸੁਪਨਾ ਆ, ਸੁਪਨਾ ਦੇਖ ਰਿਹਾ ਆ ਪਿਆਰਿਆ, ਸੁਪਨਾ ਹੈ, ਸੁਪਨਾ ਖਤਮ ਹੋ ਜਾਣਾ ਤੇਰਾ।
ਸੁਪਨ ਮਨੋਰਥ ਮਾਇਆ, ਇਹ ਸੁਪਨੇ ਦੇ ਲੱਡੂ ਹੈਗੇ, ਸੁਪਨੇ ਦੇ ਮਨੋਰਥ ਹੈਗੇ ਆ। ਇਹ ਮਾਇਆ ਹੈਗੀ, ਛਲ ਹੈਗਾ, ਕਪਟ ਹੈਗਾ। ਅਨਿਕ ਲੀਲਾ ਰਾਜ ਰਸ ਰੂਪੰ ਛਤਰ ਚਮਰ ਤਖਤ ਆਸਨੰ ਰਚੰਤ ਮੂੜ ਅਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ। ਸੁਪਨੇ ਹਬ ਰੰਗ ਮਾਣਿਆ ਮਿੱਠਾ ਲਗੜਾ ਮੋਹ। ਜਿਵੇਂ ਕੋਈ ਸੁਪਨੇ ਦੇ ਵਿੱਚ ਭਾਈ ਸਾਰੇ ਦੇ ਸਾਰੇ ਰੰਗ ਰਸ ਮਾਣ ਲੈ ਔਰ ਚੰਗਾ ਲੱਗੇ, ਬਹੁਤ ਵਧੀਆ। ਸੁਪਨੇ ਦੇ ਵਿੱਚ ਇਨਸਾਨ ਕਿਵੇਂ ਜਿਹੜਾ ਖੁਸ਼ ਹੁੰਦਾ। ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਧਰੋ। ਐਵੇਂ ਹੀ ਨਾਮ ਤੋਂ ਸਖਣੀ ਜਿਹੜੀ ਹੈ ਮਾਇਆ, ਇਹ ਪਦਾਰਥ, ਇਹ ਆਕਾਰ, ਇਹ ਚੋਗਾ ਜੋ ਦਿਸ ਰਿਹਾ ਆ, ਈਵਨ ਆਪਣਾ ਸਰੀਰ ਵੀ, ਇਹ ਧੋਖਾ ਹੈਗਾ, ਧਰੋ ਹੈਗਾ, ਟਰੈਪ ਹੈਗੀ, ਛਲ ਹੈਗਾ, ਛਲ। ਪੌੜੀ ਸੁਪਨੇ ਸੇਤੀ ਚਿੱਤ ਮੂਰਖੇ ਲਾਇਆ। ਮੂਰਖ ਨੇ ਸੁਪਨੇ ਦੇ ਨਾਲ ਹੀ ਚਿੱਤ, ਸੁਪਨਿਆਂ ਨੂੰ ਸੱਚ ਸਮਝਿਆ ਹੋਇਆ। ਆਪਾਂ ਜੇ ਦੁਨੀਆ ਦੇ ਵਿੱਚ ਪਦਾਰਥ ਆਕਾਰ ਸਮਝ ਰਹੇ ਹਾਂ, ਆਪਾਂ ਨੂੰ ਪਤਾ ਹੀ ਨਹੀਂ ਹੈ ਵੀ ਆਪਾਂ ਮਰ ਵੀ ਜਾਣਾ। ਕੀ ਪਤਾ ਕੱਲ੍ਹ ਨੂੰ ਜਾਂ ਅੱਜ ਨੂੰ ਹੀ ਨੰਬਰ ਲੱਗ ਜਾਏ ਆਪਾਂ ਨੂੰ। ਸੁਪਨੇ ਸੇਤੀ ਚਿੱਤ ਮੂਰਖੇ ਲਾਇਆ ਬਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ। ਰਾਜ ਜਿਹੜਾ ਸੁਪਨੇ ਦੇ ਵਿੱਚ ਰਸ ਭੋਗ ਰਿਹਾ ਸੀਗਾ, ਸਾਰੇ ਦੇ ਸਾਰੇ ਬਿਸਰ ਗਏ। ਬਸ ਜਮਾ ਨੇ ਆ ਕੇ ਟਣਕਾ ਦਿੱਤਾ, ਚੱਲ ਪਈ ਤੁਰ। ਫਿਰ ਜਾਗ ਗਿਆ ਤੇ ਪਖਲਾਉਣ ਲੱਗ ਪਿਆ। ਆ ਕੀ ਹੋ ਗਿਆ ਭਾਈ? ਸੁਪਨੇ ਸੇਤੀ ਚਿੱਤ ਮੂਰਖੇ ਲਾਇਆ ਵਿਸਰੇ ਰਾਜ ਰਸ ਭੋਗ ਜਾਗਤ ਪਖ ਲਾਇਆ। ਆਰਜਾ ਗਈ ਵਿਹਾਏ ਧੰਦੇ ਧਾਇਆ। ਚੱਲ ਪਈ, ਤੇਰੀ ਉਮਰ ਹੋ ਗਈ ਖਤਮ ਹੁਣ। ਇਹ ਧੰਦੇ ਤੇ ਜਿਹੜੇ ਧੰਦਿਆਂ ਦੇ ਵਿੱਚ ਦੌੜਦਾ ਸੀ, ਖਤਮ ਹੋ ਗਿਆ ਕੰਮ ਹੁਣ। ਚੱਲ ਤੁਰ, ਉੱਠ ਪਾ। ਉਹ ਨਹੀਂ ਸਮਾਂ ਦਿੰਦੇ। ਕੋਈ ਬਾਥਰੂਮ ਦੇ ਵਿੱਚ ਹੈਗਾ, ਕੋਈ ਘੋੜੇ 'ਤੇ ਜਾ ਰਿਹਾ, ਕੋਈ ਸਾਈਕਲ 'ਤੇ ਜਾ ਰਿਹਾ, ਕੋਈ ਖੜਾ ਅਰਦਾਸ ਕਰ ਰਿਹਾ, ਕੋਈ ਕੁਛ ਕਰ ਰਿਹਾ। ਉਹ ਨਹੀਂ ਸਮਾਂ ਪਾਏ, ਉੱਥੇ ਦੇ ਉੱਤੇ ਠਾ ਹੋ ਜਾਂਦਾ ਇਨਸਾਨ। ਆਰਜਾ ਗਈ ਵਿਹਾਏ ਧੰਦੇ ਧਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ। ਕਹਿੰਦੇ ਕੰਮ ਨਹੀਂ ਪੂਰਨ ਹੁੰਦੇ ਭਾਈ। ਐਸਾ ਮਾਇਆ ਨੇ ਮੋਹ ਲਿਆ ਹੁੰਦਾ ਹੈ, ਐਸਾ ਮਾਇਆ ਨੇ ਮੋਹ ਲਿਆ ਹੁੰਦਾ ਹੈ। ਪੂਰਨ ਪਏ ਨਾ ਕਾਮ ਮੋਹਿਆ ਮਾਇਆ। ਦੇਖ ਲਓ, ਆਪਾਂ ਦੇਖੀਏ ਦੂਸਰੇ ਦੀ ਗੱਲ ਥੋੜ੍ਹੀ ਨਾ ਇੱਥੇ ਹੋ ਰਹੀ ਹੈ। ਪੂਰਨ ਪਏ ਨਾ ਕਾਮ ਮੋਹਿਆ ਮਾਇਆ। ਇਸ ਤਰੀਕੇ ਦੇ ਨਾਲ ਪੂਰੀ ਤਰ੍ਹਾਂ ਜਿਹੜੇ ਹੈਗੇ ਆਪਾਂ ਮਾਇਆ ਦੇ ਵਿੱਚ ਮੋਏ ਹੋਏ ਹਾਂ। ਬੜਾ ਔਖਾ ਜੀ ਛੱਡਣਾ, ਬੜਾ ਔਖਾ ਹੈ ਛੱਡਣਾ, ਬੜਾ ਔਖਾ ਹੈ ਛੱਡਣਾ ਭਾਈ। ਇਹ ਧਿਆਨ ਸਿਮਰਨ ਜਿਹੜਾ ਹੈਗਾ, ਇਹਦੇ ਬਗੈਰ ਨਹੀਂ ਛੁੱਟ ਸਕਦਾ। ਪੌੜੀ ਭਾਜੀ ਜਿਹੜੇ ਅਰਦਾਸ ਵੀ ਕਰਦਾ ਆ, ਮਤਲਬ ਕਿੰਨੇ ਭਾਈ ਦੇਖੇ ਆ ਕਿ ਅਰਦਾਸ ਵੀ ਕਰਦੇ ਆ ਕਿ ਸਡਨ ਹਾਰਟ ਅਟੈਕ ਹੋ ਜਾਂਦਾ। ਬਿਲਕੁਲ ਇਸ ਤਰ੍ਹਾਂ ਹੀ ਹੋ ਜਾਂਦਾ ਭਾਈ। ਉਹ ਤਾਂ ਕਹਿੰਦੇ ਆਰਜਾ ਗਈ ਵਿਹਾਏ, ਬਸ ਹੋ ਗਿਆ ਤੇਰੀ ਉਮਰ ਖਤਮ। ਇੱਕ ਸਾਹ ਨਹੀਂ ਲੈਣ ਦਿੰਦੇ ਅਗਲੇ। ਧੰਦੇ ਧਾਇਆ ਪੂਰਨ ਪਏ ਨਾ ਕਾਮ ਮੋਹਿਆ ਮਾਇਆ। ਕੰਮ ਵੀ ਪੂਰਨ ਨਹੀਂ ਹੁੰਦੇ ਭਾਈ। ਦੇਖ ਲਓ, ਭਾਵੇਂ ਦੁੱਗਣੀ ਤਿੱਗਣੀ ਚੌਗਣੀ ਉਮਰ ਦੇ ਦੇ ਮਾਲਕ ਪਰਮਾਤਮਾ, ਮਜ਼ਾ ਲਿਆ ਕੰਮ ਆਪਣੇ ਪੂਰੇ ਹੋ ਜਾਣ। ਪੂਰਨ ਪਏ ਨਾ ਕਾਮ ਮੋਹਿਆ ਮਾਇਆ। ਮਾਇਆ ਦੇ ਵਿੱਚ ਮੋਇਆ ਹੈ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਕਹਿੰਦੇ ਮਾਲਕਾ ਤੇਰੀ ਤਾਂ ਗੇਮ ਆ, ਤੂੰ ਤਾਂ ਭੇਜਿਆ ਆ, ਤੂੰ ਤਾਂ ਭੁਲਾਇਆ ਹੋਇਆ, ਭੂਲ ਭੁਲਈਆ ਤੂੰ ਹੀ ਤਾਂ ਬਣਾਈ ਹੋਈ ਹੈ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਦੇਖੋ ਇੱਥੇ 8ਵੀਂ ਪੌੜੀ ਦੇ ਵਿੱਚ ਮਹਾਰਾਜ ਜਿਹੜੇ ਹੈਗੇ ਮਾਲਕ ਨੂੰ ਕਹਿ ਰਹੇ ਆ। ਕਿਆ ਬਾਤ ਹੈ ਜੀ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣਾ। ਇਹ ਦੇਖ ਲਓ ਭਾਈ, ਇਹ ਭੂਲ ਭੁਲਈਆ ਜਿਹੜੀ ਹੈ ਮਾਲਕ ਨੇ ਬਣਾਈ ਹੋਈ ਆ। ਮਾਲਕ ਨੇ ਬਣਾਈ, ਇਹਨੂੰ ਜਿੱਤਣਾ ਹੈ ਆਪਾਂ ਨੇ ਭਾਈ। ਹੁਣ ਦੱਸੋ, ਜਦ ਉਹਨੇ ਭੇਜਿਆ ਹੀ ਹੈ ਇਸ ਕੰਮ ਦੇ ਵਾਸਤੇ, ਨਹੀਂ ਜਿੱਤਾਂਗੇ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਗੇਮ 'ਚੋਂ ਬਾਹਰ ਆਵਾਂਗੇ ਭਾਈ। ਸ਼ਲੋਕ ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣਾ। ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਣਾ। ਜਿੱਤ ਤੇ ਮਤਲਬ ਜਿੰਨੇ ਨਹੀਂ, ਜਿੱਤ ਤੇ ਮਤਲਬ ਜਿੱਤ ਲੈਂਦੇ ਆ। ਕਹਿੰਦੇ ਭਾਈ ਜਿਸ ਤਰ੍ਹਾਂ ਸਵਰਗ ਦੇ ਵਿੱਚ ਰਹਿੰਦਾ ਕੋਈ ਰਾਜਾ, ਸਾਰੀ ਧਰਤੀ ਜਿਵੇਂ ਗੋਰਿਆਂ ਨੇ ਜਿੱਤ ਲਈ ਸੀ, ਕਹਿੰਦੇ ਸਾਰੀ ਧਰਤੀ ਜਿੱਤ ਲੈਣ
ਪ੍ਰਿਥਵੀ ਨੌਖੰਡ ਪ੍ਰਿਥਵੀ ਜਿਹੜੀ ਹੈ ਸਾਰੀ ਦੀ ਸਾਰੀ ਪ੍ਰਿਥਵੀ ਵੀ ਭਾਵੇਂ ਰਾਜ ਜਿੱਤ ਲੈ, ਰਾਜਾ ਬਣ ਜਾਏ ਸਾਰੀ ਧਰਤੀ ਦਾ, ਸਵਰਗ ਦੇ ਵਾਂਗੂ ਸੁੱਖ ਮਾਣ ਲੈ। ਬਸੰਤ ਸਵਰਗ ਲੋਕ ਹੈ, ਜਿਵੇਂ ਸਵਰਗ ਲੋਕ ਹੁੰਦਾ ਹੈ ਇਸ ਤਰ੍ਹਾਂ ਧਰਤੀ ਨੂੰ ਜਿੱਤ ਲੈ। ਜਿੱਤ ਤੇ ਪ੍ਰਿਥਵੀ ਨੌਖੰਡਣਾ, ਬਿਸਰੰਤ ਹਰ ਗੋਪਾਲੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਕਹਿੰਦੇ ਭਾਈ ਉਹਨੂੰ ਇਸ ਤਰ੍ਹਾਂ ਸਮਝ ਲਓ, ਜੇ ਉਹਨੇ ਪਰਮਾਤਮਾ ਨੂੰ ਭੁਲਾ ਦਿੱਤਾ, ਗੋਪਾਲ ਨੂੰ, ਹਰੀ ਨੂੰ, ਤੇ ਜਿਵੇਂ ਕੋਈ ਜੰਗਲ ਦੇ ਵਿੱਚ ਭਟਕ ਰਿਹਾ ਹੈ ਭਾਈ, ਐਵੇਂ ਸਮਝੋ ਉਹਨੂੰ ਜੰਗਲ ਦੇ ਵਿੱਚ ਭਟਕ ਰਿਹਾ। ਇਹ ਸੰਸਾਰ ਜਿਹੜਾ ਹੈਗਾ, ਪ੍ਰਿਥਵੀ ਜਿਹੜੀ ਜਿੱਤੀ ਹੋਈ ਹੈ, ਇਹ ਜੰਗਲ ਆ ਭਾਈ, ਉਹਨੂੰ ਰਸਤਾ ਨਹੀਂ ਲੱਭਿਆ ਹਾਲੇ, ਭਟਕ ਰਿਹਾ ਆ ਉਹ। ਕੌਤਕ ਕੋਡ ਤਮਾਸ਼ਾ ਚਿੱਤ ਨਾ ਆਵਸ ਨਾਉ। ਇਹ ਸਾਰੇ ਦੇ ਸਾਰੇ ਕੌਤਕ ਜਿਹੜੇ ਹੈਗੇ, ਕਰੋੜਾਂ ਕੌਤਕ ਮਾਲਕ ਨੇ ਖਿਲਾਰੇ ਹੋਏ ਆ ਦੁਨੀਆ ਦੇ ਵਿੱਚ, ਧਰਤੀ ਦੇ ਉੱਤੇ। ਤਮਾਸ਼ਾ ਹੈਗਾ ਮਾਲਕ ਦਾ, ਇਹਦੇ ਵਿੱਚ ਨਾਮ ਨੂੰ ਚਿੱਤ ਨਹੀਂ ਆਉਣ ਦਿੰਦਾ। ਚਿੱਤ ਨਾ ਆਵਸ ਨਾਉ, ਧਿਆਨ ਪਰਮੇਸ਼ਰ ਨਹੀਂ ਆਉਂਦਾ ਚਿੱਤ ਦੇ ਵਿੱਚ। ਕੌਤਕ ਕੋਡ, ਹਾਂਜੀ ਇੱਥੇ ਇਹਨਾਂ ਨੇ ਕਿਹਾ ਵੀ ਜੇ ਇਹਨੇ ਰਾਜ ਵੀ ਕਰ ਲਏ ਤੇ ਜੇ ਰੱਬ ਵਿਸਰ ਗਿਆ ਤਾਂ ਸਮਝ ਲਓ ਵੀ ਪ੍ਰਾਣੀ ਉਦਿਆਨ ਭਰਮਣੇ, ਜੰਗਲ ਦੇ ਵਿੱਚ ਭਰਮਦਾ ਫਿਰਦਾ। ਹਾਂ, ਦੂਜੇ ਪਾਸੇ ਕਿਹਾ ਬਸਤਾ ਟੁੱਟੀ ਝੌਂਪੜੀ ਚੀਰ ਸਭ ਚਿੰਨਾ, ਰਾਜਾ ਭਰਦਾ ਫਿਰਦਾ, ਲੇਕਿਨ ਉਹਦੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਤੇ ਉਹ ਜਗਤ ਦਾ ਰਾਜਾ। ਬਿਲਕੁਲ, ਦੇਖੋ ਬਿਲਕੁਲ ਬਹੁਤ ਵਧੀਆ ਵੀਰ ਜੀ, ਦੇਖੋ ਕਿੰਨਾ ਕੰਪੈਰੀਜ਼ਨ ਹੈਗਾ। ਕਿਆ ਬਾਤ। ਕੌਤਕ ਕੋਡ ਤਮਾਸ਼ਾ ਚਿੱਤ ਨਾ ਆਵਸ ਨਾਉ। ਕਹਿੰਦੇ ਬਸ ਇਹ ਤਮਾਸ਼ਿਆਂ ਦੇ ਵਿੱਚ ਜੇ ਚਮਤਕਾਰ ਜਿਹੜੇ ਮਾਲਕ ਦੇ ਹੈਗੇ ਆ, ਇਹ ਸਵਾਦ, ਇਹ ਰਸਕਸ, ਇਹ ਤਮਾਸ਼ਾ ਦੁਨੀਆ ਸ੍ਰਿਸ਼ਟੀ ਜਿਹੜੀ ਹੈਗੀ, ਇਹਦੇ ਵਿੱਚ ਖੁੱਭ ਗਿਆ ਤੇ ਨਾਮ ਵਾਲਾ ਪਾਸਾ ਚਿੱਤ ਨਹੀਂ ਆਉਂਦਾ। ਇਹ ਮਾਲਕ ਨੇ ਬਣਾਇਆ ਹੀ ਐਸੇ ਵਾਸਤੇ ਹੈ, ਇਹ ਗੇਮ ਬਣਾਈ ਐਸੀ ਹੈ। ਚੁਆਇਸ ਆਪਣੀ ਹੈਗੀ ਆ, ਚੁਆਇਸ ਆਪਣੀ ਹੈਗੀ। ਆ ਕੀ ਹੋ ਗਿਆ ਜੀ? ਜਸਵਿੰਦਰ ਜੀ, ਜਸਵਿੰਦਰ, ਇੱਕ ਸੈਕਿੰਡ ਜੀ, ਜਸਵਿੰਦਰ ਜੀ। ਓਹੋ ਜਸਵਿੰਦਰ ਜੀ, ਤੁਹਾਡੀ ਵਜ੍ਹਾ ਨਾਲ ਰੁਕ ਗਈ ਗੱਡੀ ਸਾਡੀ, ਤੁਸੀਂ ਮਾਈਕ ਖੋਲਤਾ ਜੀ। ਕੌਤਕ, ਇੱਕ ਸੈਕਿੰਡ ਜੀ। ਕੌਤਕ ਕੋਡ ਤਮਾਸ਼ਾ ਚਿੱਤ ਨਾ ਆਵਸ ਨਾਉ। ਕਹਿੰਦੇ ਐਸਾ ਮਾਲਕ ਪਰਮਾਤਮਾ ਨੇ ਚੋਗਾ ਖਿਲਾਰਿਆ ਹੋਇਆ ਆ, ਇਹ ਮੱਛੀ ਵਾਂਗੂ ਜਿਹੜੀ ਹੈਗੀ ਆ ਫਸ ਜਾਂਦੀ ਹੈ ਪਾਏ ਪਰਮੇਸ਼ਰ ਵਾਲਾ ਧਿਆਨ ਬੰਦਗੀ, ਮਾਲਕ ਚੇਤੇ ਨਹੀਂ ਆਉਂਦਾ ਇਨਸਾਨ ਦੇ। ਚਿੱਤ ਨਾ ਆਵਸ ਨਾਉ ਦਾ ਮਤਲਬ ਮਾਲਕ ਨਹੀਂ ਚੇਤੇ ਆਉਂਦਾ। ਨਾਨਕ ਕੋੜੀ ਨਰਕ ਬਰਾਬਰੇ, ਉੱਜੜ ਸੋਈ ਥਾਂ। ਕੋੜੀ ਨਰਕ ਕੀ ਹੁੰਦਾ ਹੈ? ਕੋੜੀ ਮਤਲਬ ਕੋੜੀ ਨਹੀਂ, ਕੋੜੀ ਦਾ ਮਤਲਬ ਆ ਕੁੰਭੀ ਨਰਕ, ਬਹੁਤ ਹੀ ਜਿਹੜਾ ਭਿਆਨਕ ਨਰਕ। ਕਹਿੰਦੇ ਜੇ ਤਮਾਸ਼ਿਆਂ ਦੇ ਵਿੱਚ ਇਨਸਾਨ ਖੁੱਭਿਆ ਹੋਇਆ ਆ ਨਾ, ਭੋਗ ਵਿਲਾਸ ਇਹ ਪਦਾਰਥਾਂ ਦੇ ਨਾਲ, ਕਹਿੰਦੇ ਭਾਈ ਉਹ ਤਾਂ ਕੁੰਭੀ ਨਰਕ ਦੇ ਵਿੱਚ ਹੈਗਾ। ਮਨੁੱਖੀ ਸਰੀਰ ਪਾ ਕੇ ਵੀ ਨਰਕ ਉਹਨੇ ਐਕਸੈਪਟ ਕੀਤਾ ਹੋਇਆ, ਨਰਕ ਦੇ ਬਰੋਬਰ ਹੈਗਾ ਉਹ। ਉੱਜੜ ਸੋਈ ਥਾਂ, ਉਜਾੜ ਦੇ ਵਿੱਚ ਹੈ ਭਾਈ, ਉਜਾੜ ਦੇ ਵਿੱਚ ਉਹਨੇ ਉੱਜੜ ਜਾਣਾ। ਕੌਤਕ ਕੋਡ ਤਮਾਸ਼ਾ ਚਿੱਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ, ਉੱਜੜ ਸੋਈ ਥਾਂ। ਇਹ ਹੁਣ ਮਹਾਰਾਜ ਨੇ ਇਹਦੀ ਜਿਹੜੀ ਹੈਗੀ ਆਪਾਂ ਨੂੰ ਇਹਦੀ ਐਕਸਪਲੇਨੇਸ਼ਨ ਜਾਂ ਇਹਦੀ ਟ੍ਰਾਂਸਲੇਸ਼ਨ ਦੇਣਗੇ। ਪੌੜੀ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦੇ ਇੰਨਾ ਭਿਆਨਕ ਜੰਗਲ ਹੈਗਾ, ਇਹਨੂੰ ਤੂੰ ਨਗਰ ਕਰਕੇ ਸਮਝ ਰਿਹਾ ਹੈ। ਤੂੰ ਮਹਾ ਭਿਆਨਕ ਜੰਗਲ ਦੇ ਵਿੱਚ ਆ। ਜੰਗਲ ਦੇ ਵਿੱਚ ਕੀ ਹੁੰਦਾ ਹੈ? ਜੰਗਲ ਦੇ ਵਿੱਚ ਇਨਸਾਨ ਨੂੰ ਰਸਤਾ ਨਹੀਂ ਲੱਭਦਾ। ਭਿਆਨਕ ਜੰਗਲ ਹੋਏ, ਰਾਹ ਹੀ ਨਹੀਂ ਲੱਭਦਾ। ਬਸ ਇੱਥੇ ਆਪਾਂ ਰਸਾਂ ਕਸਾਂ ਦੇ ਵਿੱਚ ਹੈਗੇ ਆ। ਰਸਤਾ ਤਾਂ ਹੈਗਾ ਪਰਮੇਸ਼ਰ ਦੀ ਬੰਦਗੀ, ਰਸਤਾ ਤਾਂ ਹੈਗਾ ਧਿਆਨ ਸਿਮਰਨ, ਉਹ ਨਹੀਂ ਲੱਭਦਾ ਪਵਨ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਕਹਿੰਦੇ ਤੂੰ ਇਹਨੂੰ ਸਮਝਿਆ ਹੋਇਆ ਵੀ ਇਹ ਜਿਹੜਾ ਹੈਗਾ ਬਹੁਤ, ਜਿਹੜਾ ਜੰਗਲ ਨੂੰ ਤੂੰ ਕਹਿੰਦਾ ਹੈ ਇਹ ਜਿਹੜਾ ਬਹੁਤ ਵੱਡਾ ਸ਼ਹਿਰ ਹੈਗਾ ਭਾਈ। ਤੂੰ ਵਧੀਆ ਸ਼ਹਿਰ ਦੇ ਵਿੱਚ ਵਸ ਰਿਹਾ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਤਾਂ ਜੰਗਲ ਦੇ ਵਿੱਚ, ਤੈਨੂੰ ਤਾਂ ਰਸਤਾ ਹੀ ਨਹੀਂ ਪਤਾ। ਮਹਾ ਭਿਆਨ ਉਦਿਆਨ, ਇਹ ਤਾਂ ਟਿਕਾਣਾ ਹੀ ਨਹੀਂ ਹੈ ਤੇਰਾ, ਇਹ ਨਗਰ ਹੈ ਹੀ ਨਹੀਂ ਤੇਰਾ। ਤੂੰ ਇਹਨੂੰ ਨਗਰ ਸਮਝ ਰਿਹਾ ਹੈ।
ਮਹਾਂ ਭਿਆਨ ਉਦਿਆਨ ਨਗਰ ਕਰ ਮਾਨਿਆ। ਜਿੱਥੇ ਨਗਰ ਹੈਗਾ ਉੱਥੇ ਤੱਕ ਤਾਂ ਉਹਦਾ ਤਾਂ ਤੈਨੂੰ ਚੇਤਾ ਵੀ ਨਹੀਂ ਹੈ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਇਹ ਜਿਹੜਾ ਜੋ ਕੁਛ ਚੋਗਾ ਖਿਲ ਰਿਹਾ ਹੋਇਆ, ਇਹ ਝੂਠੀ ਸਮਗਰੀ ਨੂੰ ਦੇਖ ਕੇ ਤੂੰ ਇਹਨੂੰ ਸੱਚ ਸਮਝਿਆ ਹੋਇਆ। ਕਾਮ ਕ੍ਰੋਧ ਅਹੰਕਾਰ ਫਿਰਨ ਦੀਵਾਨਿਆ। ਤੇ ਕਾਮ ਕ੍ਰੋਧ ਅਹੰਕਾਰ ਦੇ ਵਿੱਚ ਜਿਹੜਾ ਹੈਗਾ ਇੰਨਾ ਦੀਵਾਨਾ ਵਾਂਗੂ ਪਾਗਲ ਹੋਇਆ ਪਿਆ ਹੈ। ਪਾਗਲ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਪਾਗਲ ਹੋਇਆ ਫਿਰਦਾ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਬਸ ਜਦ ਤੇਰਾ ਖਤਮ ਹੋ ਗਿਆ ਤੇਰਾ ਟਾਈਮ, ਜਾਮਾ ਨੇ ਆ ਕੇ ਖੜਕਾਤਾ, ਸਿਰ ਤੇ ਡੰਡਾ ਮਾਰਿਆ, ਤੇ ਬਸ ਫਿਰ ਕਹਿੰਦੇ ਪਛਤਾਉਣ ਲੱਗ ਪਿਆ ਵੀ ਆ ਕੀ ਹੋ ਗਿਆ ਭਾਈ। ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਕਹਿੰਦੇ ਪੂਰੇ ਗੁਰੂ ਤੋਂ ਬਗੈਰ, ਬਿਨ ਪੂਰੇ ਗੁਰਦੇਵ ਬ੍ਰਹਮ ਗਿਆਨ ਤੋਂ ਬਗੈਰ ਕਹਿੰਦੇ ਸ਼ੈਤਾਨ ਵਾਂਗੂ ਫਿਰ ਰਿਹਾ ਤੂੰ। ਸ਼ੈਤਾਨ ਹੈਗਾ ਆ ਭਾਈ, ਭੂਤ ਹੈਗਾ, ਭੂਤ ਸ਼ੈਤਾਨ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਆਖਰੀ ਅੱਜ ਦਾ ਸ਼ਲੋਕ। ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਭਤੈ। ਦੇਖ ਲਓ ਭਾਈ, ਹੁਣ ਰਾਜ ਵੀ, ਰੂਪ ਵੀ, ਧਨ ਵੀ ਤੇ ਚੰਗੀ ਕੁਲ ਵੀ, ਜਿਹਦੇ ਤੇ ਆਪਾਂ ਗਰਭ ਕਰਦੇ ਹਾਂ, ਕਹਿੰਦੇ ਸਾਰਾ ਧੋਖਾ ਹੈਗਾ, ਟਰੈਪ ਹੈਗੀ। ਜਿੰਨਾ ਜ਼ਿਆਦਾ ਸੋਹਣਾ ਹੈਗਾ ਬਸ ਸਮਝ ਲਓ ਭਾਈ ਪੂਰਾ ਟਰੈਪ 'ਚ ਫਸ ਗਿਆ ਉਹ ਦੂਜੇ ਵੀ ਫਸ ਜਾਣਗੇ ਸੋਹਣੇ ਨੂੰ, ਸੋਹਣੀ ਨੂੰ ਦੇਖ ਕੇ। ਰਾਜ ਕਪਟੰ ਰੂਪ ਕਪਟੰ ਧਨ ਕਪਟੰ। ਧਨ ਜਿੰਨਾ ਜ਼ਿਆਦਾ ਧਨ ਆ ਫਿਰ ਕਪਟ ਆ। ਰਾਜ ਪਾਵਰ, ਕੁਲ ਗਰਭਤੈ। ਕੁਲ ਗਰਭ ਇਹਦਾ ਇਹਦੀ ਆਕੜ। ਸੰਚੰਤ ਵਿਖਿਆ ਛਲੰਗ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ। ਕਹਿੰਦੇ ਇਕੱਠੀ ਕਰਦਾ ਹੈ ਵਿਖਿਆ ਨੂੰ, ਜ਼ਹਿਰ ਨੂੰ, ਛਲੰਗ ਛਿਦਰੰਗ ਬੜੇ ਛਲ ਦੇ ਨਾਲ, ਛਿੱਦਰ ਦੇ ਨਾਲ, ਧੋਖੇ ਦੇ ਨਾਲ। ਨਾਨਕ ਬਿਨ ਹਰ ਸੰਗ ਨਾ ਚਾਲਤੇ। ਬਗੈਰ ਪਰਮੇਸ਼ਰ ਦੇ, ਉਹਦੇ ਨਾਮ ਦੇ, ਮਾਲਕ ਦੇ ਨਾਮ ਦੇ ਨਹੀਂ ਨਾਲ ਜਾਏਗੀ। ਪੇਖੰਦੜੋ ਕੀ ਪੁੱਲ ਤੁਮਾ ਦਿਸਮ ਸੋਹਣਾ। ਕਹਿੰਦੇ ਦੇਖਣ ਵਾਲੇ ਦੀ ਭੁੱਲਿਆ ਪਿਆਰਿਆ। ਇਹ ਸੰਸਾਰ, ਇਹ ਪਦਾਰਥ, ਇਹ ਚੋਗਾ, ਇਹ ਰੂਪ, ਇਹ ਰਸ, ਇਹ ਧਨ, ਇਹ ਰਾਜ, ਇਹ ਕੁਲ ਤੁਮਾ ਹੈਗਾ। ਤੁਮਾ ਜਿਹਨੇ ਤੁਮਾ ਦੇਖਿਆ, ਅੱਖ ਨੂੰ ਤੁਮਾ ਲੱਗਦਾ ਹੁੰਦਾ, ਉਹਦੇ ਜਿਹੜੇ ਹੈਗੇ ਆ ਇਸ ਤਰ੍ਹਾਂ ਅੰਬ ਵਾਂਗੂ ਖੱਕੜੀਆਂ ਹੁੰਦੀਆਂ ਤੁੰਬੇ ਦੀਆਂ, ਅੰਬ ਲੱਗਦੇ ਪੱਕੇ। ਖਾ ਕੇ ਦੇਖ ਲਓ, ਮਾੜਾ ਜਿਹਾ ਚੱਕ ਦੇਖ ਲਓ ਤੇ ਕਿੰਨੀ ਦੇਰ ਤੱਕ ਨਹੀਂ ਜਾਂਦਾ ਉਹਦਾ ਸਵਾਦ, ਕੌੜਾ, ਇੰਨਾ ਕੌੜਾ। ਪੇਖੰਦੜੋ ਕੀ ਫੁੱਲ ਤੁਮਾ ਦਿਸਮ ਸੋਹਣਾ। ਤੁਮਾ ਕਹਿੰਦੇ ਸੋਹਣਾ ਦਿਸਦਾ, ਦੇਖਣ ਵਾਲੇ ਦੀ ਭੁੱਲਿਆ ਪਿਆਰਿਆ। ਇਸੇ ਤਰੀਕੇ ਦੇ ਨਾਲ ਜੋ ਕੁਛ ਤੈਨੂੰ ਤੇਰੇ ਅੱਗੇ ਖਿਲ ਰਿਹਾ ਪਿਆ ਆ, ਇਹ ਸਾਰਾ ਦਾ ਸਾਰਾ ਆਹੀ ਕੁਛ ਹੈਗਾ। ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁੱਲੀ ਮਾਇਆ। ਕਹਿੰਦੇ ਅੱਧੀ ਕੌਡੀ ਦਾ ਵੀ ਮੁੱਲ ਨਹੀਂ ਪੈਣਾ ਇਹਦਾ, ਇਹ ਸਾਰੀ ਮਾਇਆ ਦਾ। ਇਹਨੇ ਨਾਲ ਵੀ ਨਹੀਂ ਜਾਣਾ ਤੇਰੇ। ਇਹਦੇ ਨਾਲ ਮਾਇਆ ਭੋਗ ਵਿਲਾਸ ਜਿੰਨਾ ਵੀ ਤੂੰ ਜੀਵਨ ਗੁਜ਼ਾਰ ਦਿੰਦਾ ਹੈ, ਤੇਰਾ ਅੱਧੀ ਕੌਡੀ ਦਾ ਵੀ ਮੁੱਲ ਨਹੀਂ ਮਿਲਣਾ ਤੈਨੂੰ। ਅੱਡ ਨਾ ਲਹੰਦੜੋ ਮੁੱਲ ਨਾਨਕ ਸਾਥ ਨਾ ਜੁੱਲੀ ਮਾਇਆ। ਨਹੀਂ ਜਾਏਗੀ ਤੇਰੇ ਨਾਲ। ਹੁਣ ਟ੍ਰਾਂਸਲੇਸ਼ਨ ਪੌੜੀ। ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਐ। 10 ਮਿੱਤਰਾ 10 ਆ ਸਵਾਲ ਦਾ ਜਵਾਬ ਦੇ। ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ ਉਹ ਇਕੱਠੀ ਕਿਉਂ ਕਰ ਰਹੇ ਆ? ਫਿਰ ਇਕੱਠੀ ਕਿਉਂ ਕਰ ਰਹੇ ਆ ਜਿਹੜੀ ਚੀਜ਼ ਨੇ ਨਾਲ ਨਹੀਂ ਜਾਣਾ? ਚਲਦਿਆਂ ਨਾਲ ਨਾ ਚੱਲੈ। ਜਦ ਤੂੰ ਚੱਲਣਾ ਹੈ ਤਾਂ ਤੂੰ ਹੀ ਇੱਥੇ ਨਹੀਂ ਟਿਕਣਾ। ਤੇ ਇੱਥੇ ਤੂੰ ਇੱਥੇ ਮੁਸਾਫਿਰ ਹੈਗਾ ਤੇ ਤੇਰੇ ਨਾਲ ਨਹੀਂ ਲਿਜਾ ਸਕਦਾ। ਜਿੱਧਰ ਨੂੰ ਤੂੰ ਜਾਣਾ ਆ ਉਹਨੂੰ ਨਾਲ ਨਹੀਂ ਲਿਜਾ ਸਕਦਾ। ਚਲਦਿਆਂ ਨਾਲ ਨਾ ਚੱਲੈ ਸੋ ਕਿਉਂ ਸੰਜੀਏ। ਕਿਹਦੇ ਵਾਸਤੇ ਇਕੱਠੀ ਕਰੀਏ ਫਿਰ ਉਹਨੂੰ? ਤਿਸਕਾ ਕਹੋ ਕਿਆ ਜਤਨ ਜਿਸ ਤੇ ਵੰਜੀਏ। ਉਹਦਾ ਕਾਹਦੇ ਵਾਸਤੇ ਜਤਨ, ਜਿਹੜਾ ਕਿਉਂ ਉਹਦੇ ਵਾਸਤੇ 24/7 ਜਿਹੜਾ ਹੈਗਾ, ਉਹਦੇ ਵਾਸਤੇ ਜਿਹੜਾ ਹੈਗਾ, ਉਹਦੇ ਖਿਆਲਾਂ ਦੇ ਵਿੱਚ ਜਿਹੜਾ ਹੈਗਾ,
ਉਹਦੇ ਵਾਸਤੇ ਜਿਹੜਾ ਹੈਗਾ ਸਮਾਂ ਲਗਾ ਰਿਹਾ ਤੂੰ, ਉਹਦੇ ਵਾਸਤੇ ਸਾਰਾ ਤੇਰਾ ਸੋਚ, ਤੇਰੀ ਸਾਰਾ ਕੁਛ। ਜਿਸ ਤੇ ਵੰਜੀਏ, ਜਿਸ ਤੋਂ ਤੂੰ ਸਖਣਾ ਹੋ ਜਾਣਾ, ਜਿਸ ਤੋਂ ਤੈਨੂੰ ਵਰਜਿਤ ਕਰ ਦੇਣਾ। ਨਹੀਂ, ਯੂ ਕਾਂਟ ਟੱਚ, ਯੂ ਕਾਂਟ ਟੇਕ। ਤਿਸਕਾ ਕਹੋ ਕਿਆ ਜਤਨ, ਜਿਸ ਤੇ ਵੰਜੀਏ। ਹਰ ਬਿਸਰੈ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਏ। ਕਹਿੰਦੇ ਪਰਮਾਤਮਾ ਨੂੰ ਭੁਲਾ ਕੇ ਕਿਸ ਤਰ੍ਹਾਂ ਤ੍ਰਿਪਤੀ ਆ ਸਕਦੀ ਆ। ਨਾ ਮਨ ਰੰਜੀਏ, ਤੇਰੇ ਮਨ ਨੇ ਨਹੀਂ ਰੱਜਣਾ, ਮਨੋਰੰਜਨ ਨਹੀਂ ਹੋਣਾ। ਨਾ ਮਨ ਰੰਜੀਏ, ਨਹੀਂ ਨਹੀਂ ਨਹੀਂ, ਤ੍ਰਿਪਤੀ ਨਹੀਂ ਆਏਗੀ, ਮਨ ਦੇ ਵਿੱਚ ਖੁਸ਼ੀ ਨਹੀਂ ਆਏਗੀ, ਮਨ ਨਹੀਂ ਰੱਜੇਗਾ। ਹਰ ਵਿਸਰੈ ਕਿਉਂ ਤ੍ਰਿਪਤਾਵੈ, ਨਾ ਮਨ ਰੰਜੀਏ। ਪ੍ਰਭੂ ਛੋੜ ਅੰਨ ਲਾਗੈ, ਨਰਕ ਸਮਝੀਏ। ਪਰਮਾਤਮਾ ਨੂੰ ਭੁਲਾ ਦਿੱਤਾ, ਮਾਇਆ ਨੂੰ ਚੂਸ ਕਰ ਲਿਆ ਤੇ ਸਮਝ ਲਾ ਪਾਏ ਨਰਕ ਦੇ ਵਿੱਚ ਆ ਗਿਆ ਤੂੰ। ਨਰਕ ਹੀ ਭੋਗ ਕੇ ਜਾ ਰਿਹਾ ਤੇ ਗਾਂ ਵੀ ਨਰਕ ਤਿਆਰ ਆ ਤੇਰੇ ਵਾਸਤੇ। ਹੋ ਕਿਰਪਾਲ ਦਿਆਲ, ਨਾਨਕ ਭਉ ਪੰਜੀਏ। ਮਾਲਕਾ ਤੂੰ ਕਿਰਪਾ ਕਰ, ਹੇ ਦਿਆਲੂ ਤੂੰ ਕਿਰਪਾ ਕਰ। ਮੇਰਾ ਡਰ ਜਿਹੜਾ ਹੈਗਾ, ਮੇਰਾ ਭਉ, ਮੇਰਾ ਡਰ ਭੰਨ ਦੇ। ਮੈਨੂੰ ਧਿਆਨ ਸਿਮਰਨ ਦੇ, ਮੈਨੂੰ ਸਾਧ ਸੰਗਤ ਦੇ, ਮੈਨੂੰ ਜਿਹੜਾ ਹੈਗਾ ਆਪਣੀ ਯਾਦ ਦੇ। ਆ ਜੀ 10 ਪੌੜੀਆਂ ਹੋ ਗਈਆਂ, 20 ਹੈਗੀਆਂ ਟੋਟਲ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵੀਰ ਜੀਓ, ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਕਹਿੰਦੇ ਵੀ ਨਾਮ ਜਪਣਾ ਵੀ ਸਭ ਤੋਂ ਔਖਾ ਕੰਮ ਆ ਇਹ। ਜੇ ਕਹੀਏ ਨਹੀਂ ਸੌਖਾ ਹੈਗਾ। ਦੇਖੋ ਥੋੜੀ ਜਿਹੀ ਤਕਲੀਫ ਹੁੰਦੀ ਆ, ਆਪਾਂ ਜਦੀ ਘਬਰਾ ਜਾਂਦੇ ਆ ਵੀ ਸਾਨੂੰ ਜੀ ਸਾਡੀ ਪੇਨ ਹੋਣ ਲੱਗ ਗਈ ਜਾਂ ਸਾਨੂੰ ਆਏ ਹੋ ਗਿਆ। ਕਿਉਂਕਿ ਜਦੋਂ એનર્ਜੀ ਨੇ ਕ੍ਰੋਸ ਕਰਨਾ ਤਾਂ ਥੋੜੀ ਬਹੁਤੀ ਤਾਂ ਪੇਨ ਹੋਊਗੀ ਨਾ। ਛੱਡਣਾ ਨਹੀਂ ਚਾਹੀਦਾ। ਬਿਲਕੁਲ। ਜਦੋਂ ਆਪਾਂ ਛੱਡਤਾ ਤੇ ਨਹੀਂ ਫਿਰ ਛੱਡਣਾ ਨਹੀਂ ਚਾਹੀਦਾ। ਹਾਂ, ਫਿਰ ਤਾਂ ਮਾਇਆ ਨੇ ਘੇਰ ਲੈਣਾ। ਫਿਰ ਕਲਯੁਗ ਆ ਗਿਆ। ਦੇਖੋ ਉਹ ਨਾ ਤੁਹਾਨੂੰ ਕੋਈ ਨਾ ਕੋਈ ਤਾਂ ਬਹਾਨਾ ਬਣਾਉਣਾ ਨਾ, ਮਨ ਨੇ ਤੁਹਾਨੂੰ ਮਾਈਂਡ ਦੇ ਵਿੱਚ ਲੈ ਕੇ ਆਉਣਾ। ਤੁਹਾਨੂੰ ਜਾਂ ਪੇਨ ਹੋਣੀ ਹੈ ਕੋਈ ਨਾ ਕੋਈ ਚੀਜ਼ ਦੀ ਵੀ, ਕਲਯੁਗ ਨੇ ਆਉਣਾ ਹੀ ਆਉਣਾ ਨਾ ਤੁਹਾਡੇ ਕੋਲ ਕਿਸੇ ਨਾ ਕਿਸੇ ਰੂਪ ਦੇ ਵਿੱਚ। ਬਿਲਕੁਲ। ਤੇ ਉਹਨੂੰ ਛੱਡਣਾ ਨਹੀਂਗਾ, ਬਿਲਕੁਲ ਨਹੀਂ ਛੱਡਣਾ। ਜਿਵੇਂ ਉਹ ਸੌਰੀ ਰਾਹਤ ਵਾਲੀ ਕਥਾ, ਨਹੀਂ ਛੱਡਣਾ ਨਹੀਂ, ਬਿਲਕੁਲ ਨਹੀਂ ਛੱਡਣਾ। ਛੱਡਣ ਨਾਲ ਫਿਰ ਕਿਹੜਾ ਤਕਲੀਫ ਆਪਣੀ ਉਹ ਹੋ ਜਾਣੀ ਹੈ। ਤਕਲੀਫ ਨੂੰ ਕੋਈ ਗੱਲ ਨਹੀਂ, ਟੈਬਲੇਟ ਲੈ ਲਓ, ਕੋਈ ਦਵਾਈ ਲੈ ਲਓ। ਬਿਲਕੁਲ। ਜਿਹੜੀ ਪਰ ਛੱਡਣਾ ਨਹੀਂਗਾ, ਸਮਾਂ ਤੇ ਵਧਾ ਦੋ। ਹਰਮਿੰਦਰ ਦੀ ਗੱਲ ਕਰ ਰਹੇ ਹੋ? ਹਾਂਜੀ, ਪਤਾ ਨਹੀਂ ਮੈਨੂੰ ਕੌਣ ਸੀਗੇ ਸੰਗਤ ਦੇ ਵਿੱਚ। ਹਰਵਿੰਦਰ ਸਿੰਘ ਹੈਗੇ ਨੇ? ਨਹੀਂ, ਇਸ ਟਾਈਮ ਨਹੀਂ ਹੁੰਦੇ ਸ਼ਾਇਦ, ਕਿਉਂ ਉਹਨਾਂ ਦੇ ਨਾ ਇਸ ਟਾਈਮ 2 ਵਜੇ 2-3 ਵਜੇ ਤੇ ਇਸ ਕਰਕੇ ਨਹੀਂ ਹੁੰਦੇ। ਹਾਂਜੀ, ਨਹੀਂ ਉਹਨਾਂ ਨੂੰ ਬਿਲਕੁਲ ਨਹੀਂ ਛੱਡਣਾ ਹੈਗਾ। ਹਾਂਜੀ ਹਾਂਜੀ। ਅਗੇ ਕੁਐਸਚਨ ਆ, ਜਦੋਂ ਭੈਣ ਜੀ ਕਹਿ ਰਹੇ ਆ ਵੀ ਛੱਡਣਾ ਨਹੀਂ, ਪਰ ਇਹ ਜਿਹੜਾ ਨਾਮ ਸਿਮਰਨ ਹੈਗਾ ਅਸੀਂ ਕੰਟੀਨਿਊ ਕਰਨਾ। ਇਹ ਨਹੀਂ ਵੀ ਇੱਕ ਲੈਵਲ, ਉਹਦੇ ਬਾਰੇ ਥੋੜਾ ਦੱਸੋ। ਇੱਕ ਲੈਵਲ ਤੇ ਪਹੁੰਚ ਕੇ ਫਿਰ ਬਸ ਛੱਡ ਦਿਓ। ਯੂ ਹੈਵ ਟੂ ਕੀਪ ਔਨ ਕੰਟੀਨਿਊ, ਰਾਈਟ? ਬਿਲਕੁਲ ਕੰਟੀਨਿਊ ਕਰ ਲੈਣਾ ਜਦ ਤੱਕ ਕਿ ਫਿਰ ਤੁਹਾਨੂੰ ਪਤਾ ਲੱਗਣਾ। ਜੇ ਤੁਸੀਂ ਛੱਡਤਾ ਫਿਰ ਕਦੋਂ ਰਲੋਗੇ ਤੁਸੀਂ? ਰਲੇ ਹੀ ਨਹੀਂ ਹੋਣਾ ਤੁਹਾਤੋਂ। ਬਿਲਕੁਲ। ਜੇ ਤੁਸੀਂ ਹੁਣ ਇੱਕ ਦਿਨ ਆਪਾਂ ਬਾਈ ਚਾਂਸ ਆਪਾਂ ਰੋਟੀ ਛੱਡ ਦਾਂਗੇ ਤੇ ਆਪਾਂ ਫਿਰ ਜਿੰਦਾ ਰਹਿ ਜਾਾਂਗੇ ਕਿਤੇ? ਠੀਕ ਭੈਣ ਜੀ, ਥੈਂਕ ਯੂ। 2 ਦਿਨ ਛੱਡ ਦਾਂਗੇ, ਤੀਜੇ ਦਿਨ ਚੌਥੇ ਦਿਨ ਤਾਂ ਆਪਣੀ ਏਦਾਂ ਦੀ ਹਾਲਤ ਹੋ ਜਾਊਗੀ, ਆਪਾਂ ਖਾਣ ਜੋਗੇ ਨਹੀਂ ਰਹਿਣਾ। ਇਹ ਤਾਂ ਜੇ ਲਗਨ ਲੱਗ ਗਈ, ਜੇ ਤਕਲੀਫ ਹੈਗੀ ਕੋਈ ਗੱਲ ਨਹੀਂ, ਟੈਬਲੇਟ ਲੈ ਕੇ ਬਹਿ ਜਾਓ, ਕੋਈ ਗੱਲ ਨਹੀਂ। ਥੋੜੇ ਦਿਨ ਤੋਂ ਆਪੀ ਹੌਲੀ ਹੌਲੀ ਉਹਨੇ ਉਹ ਹੋ ਜਾਣਾ। ਛੱਡਣਾ ਨੀ ਗਾ। ਮੈਂ ਤਾਂ ਛੱਡਣ ਦੇ, ਕਿਉਂਕਿ ਮੈਂ ਇੱਕ ਏਦਾਂ ਹੀ ਪ੍ਰੋਬਲਮ ਆਈ ਸੀਗੀ ਸਾਡੇ ਆਪਣੇ ਗਰੁੱਪ ਦੇ ਵਿੱਚ ਨੇ ਲੇਡੀਜ਼, ਉਹਨਾਂ ਨੂੰ ਵੀ ਏਦਾਂ ਹੀ ਮਨਾ ਹੋਇਆ ਸੀ। ਤੇ ਉਹ ਦੇਖ ਲਓ ਹਲੇ ਤੱਕ 2 ਮਹੀਨੇ, ਉਹਦੇ ਪੂਰੇ 2 ਮਹੀਨੇ ਉਹ ਅਪਸੈਟ ਰਹੀ ਆ। ਉਹ ਤੋਂ ਛੱਡਿਆ ਗਿਆ, ਮੁੜ ਕੇ
ਬੜੀ ਮੁਸ਼ਕਲ ਨਾਲ ਹੁਣ ਵੀ ਵਿੱਚ ਹੋ ਜਾਂਦੀ, ਬਹੁਤ ਮੁਸ਼ਕਲ ਨਾਲ ਜੋੜੀ ਆ, ਬਹੁਤ ਮੁਸ਼ਕਲ ਨਾਲ। ਇਹ ਤਾਂ ਕਿਉਂਕਿ ਉਹ ਮਾਇਆ ਨੇ ਤਾਂ ਫਿਰ ਕਰਨਾ, ਬਾਕੀ ਤਾਂ ਆਪਾਂ ਦੁਨੀਆ ਬਾਕੀ ਚੀਜ਼ਾਂ ਥੋੜੀ ਨਾ ਛੱਡਦੇ ਆ, ਬਾਕੀ ਪਾਸੇ ਹਾਂ ਬਾਕੀ ਚੀਜ਼ਾਂ ਦੇਖੋ ਆਪਾਂ ਨੂੰ ਕੋਈ ਤਕਲੀਫ ਆਉਂਦੀ ਹੈ, ਜੇ ਕੋਈ ਆਪਣੇ ਘਰ ਦੇ ਵਿੱਚ ਕੋਈ ਏਦਾਂ ਦੀ ਪ੍ਰੋਬਲਮ ਵੀ ਆ ਜਾਂਦੀ ਹੈ, ਕਿਸੇ ਦੀ ਡੈਥ ਹੋਏ, ਆਪਾਂ ਖਾਣਾ ਪੀਣਾ ਛੱਡਦੇ ਆ, ਫਿਰ ਵੀ ਖਾਂਦੇ ਆ ਆਪਾਂ। ਬਿਲਕੁਲ ਇਹ ਤਾਂ ਆਪਣੇ ਸਵਾਸਾਂ ਦਾ ਨਹੀਂ ਨਾ ਪਤਾ ਆਪਾਂ ਨੇ ਕਦੋਂ ਤੁਰ ਜਾਣਾ, ਕਿਉਂ ਛੱਡੀਏ। ਬਿਲਕੁਲ ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ। ਇਹ ਤਾਂ ਛੱਡਣਾ ਨਹੀਂ ਨਾ, ਬਿਲਕੁਲ ਨਹੀਂ ਛੱਡਣਾ। ਇਹ ਤਾਂ ਮੈਨੂੰ ਤਕਲੀਫ ਹੁੰਦੀ ਆ ਏਦਾਂ, ਜੇ ਕੋਈ ਕਹਿੰਦਾ ਛੱਡਣ, ਕੀ ਪਤਾ ਮੌਤ ਦਾ ਕੋਈ ਹੈਗਾ ਟਾਈਮ ਨਾ। ਤਿਸੋਂ ਕਿਉਂ ਮਨ ਰੂਸੀ ਹੈ ਜਿਸੇ ਹਮਾਰੀ ਚਿੰਦ। ਕੋਈ ਗੱਲ ਨਹੀਂ, ਆਪਾਂ ਨੂੰ ਤਕਲੀਫ, ਆਪਾਂ ਬੱਚੇ ਨਹੀਂ ਸਾਂਭਦੇ, ਆਪਾਂ ਜਦੋਂ ਦੁਖੀ ਹੁੰਨੇ ਆ, ਤਕਲੀਫ ਚ ਹੁੰਨੇ ਆ, ਆਪਾਂ ਕਿਤੇ ਬੱਚੇ ਸਾਂਭਦੇ ਨਹੀਂ, ਆਪਣਾ ਘਰ ਸਾਂਭਦੇ ਨਹੀਂ ਆਪਾਂ। ਉਹ ਭਾਜੀ ਆਪਣੇ ਹਰਵਿੰਦਰ ਸਿੰਘ ਕੈਲੀਫੋਰਨੀਆ ਵਾਲੇ ਮਤਲਬ ਉਹਨਾਂ ਦੀ ਹੈਲਥ ਬਹੁਤ ਮਤਲਬ ਖਰਾਬ, ਮਰਨ ਤੱਕ ਮਤਲਬ ਬਚੇ, ਉਹ ਇੰਡੀਆ ਚ ਇਲਾਜ ਕਰਾ ਕੇ ਆਏ ਆ। ਪਰ ਕਹਿਣ ਦਾ ਮਤਲਬ ਆ ਕਿ ਚਾਂਸ ਮਿਲਿਆ ਉਹਨਾਂ ਨੂੰ, ਔਰ ਦੁੱਖ ਵੀ ਐਸੀ ਚੀਜ਼ ਆ ਕਿ ਦੁੱਖ ਤੁਹਾਨੂੰ ਬਹੁਤ ਦੁਖੀ ਕਰਦਾ। ਉਹ ਨਾ ਐਕਚੁਅਲੀ ਜਿਹੜਾ ਹੈ ਨਾ, ਉਹਨਾਂ ਨੇ ਪਤਾ ਕੀ ਆ, ਉਹਨਾਂ ਨੇ ਆਪਣੀ ਗੱਡੀ ਜਿਹੜੀ ਹੈਗੀ ਨਾ, ਇਹ दारू ਵਗੈਰਾ ਦੇ ਨਾਲ ਬਹੁਤ ਜ਼ਿਆਦਾ ਖਰਾਬ ਕਰ ਲਿਆ ਸੀ ਸਰੀਰ, ਬਹੁਤ ਜ਼ਿਆਦਾ। ਹਾਂ ਮੇਨ ਪ੍ਰੋਬਲਮ ਆ ਸੀਗੀ ਭਾਈ, ਆ ਪ੍ਰੋਬਲਮ ਮੇਨ ਉਹਨਾਂ ਦੀ। ਨਹੀਂ ਹੋ ਜਾਣਾ ਠੀਕ, ਉਹ ਤਾਂ ਠੀਕ ਕਰ ਰਹੇ ਨੇ। એનર્ਜੀ ਨੇ ਜਦੋਂ ਕ੍ਰਾਸ ਕਰਦੀ ਆ ਨਾ, એનર્ਜੀ ਆਪਾਂ ਨੂੰ ਜਿਹੜੀ ਵੀ ਆਪਣੀ ਨਸ ਦੇ ਵਿੱਚੋਂ ਆਪਣੀ ਬਲੌਕ ਹੁੰਦੀ ਆ, એનર્ਜੀ ਕ੍ਰਾਸ ਕਰਦੀ ਆ, ਉੱਥੇ ਤਕਲੀਫ ਹੁੰਦੀ ਆ ਆਪਾਂ ਨੂੰ। ਸਹੀ ਡਰਨਾ ਨੀ ਗਾ, ਡਰਨਾ ਨਹੀਂ। ਟੈਬਲੇਟ ਲੈ ਲਓ, ਕੋਈ ਗੱਲ ਨਹੀਂ, ਠੀਕ ਹੋ ਜੂ ਥੋੜੇ ਦਿਨਾਂ ਚ, 1-2-4 ਦਿਨ ਚ ਠੀਕ ਹੋ ਜੂਗੀ। એનર્ਜੀ ਇੰਨੀ ਪਾਵਰ ਵਾਲੀ ਆ, ਕ੍ਰਾਸ ਕਰਦੀ ਆ ਤਾਂ ਤਕਲੀਫ ਹੁੰਦੀ ਆ ਸਰੀਰ ਨੂੰ, ਮੇਰੇ ਵੀ ਹੁੰਦੀ ਆ। ਚਲੋ ਲਈਏ ਆਪਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ। ਮਨ ਤਾਂ ਬਹੁਤ ਦਰਬਤ ਹੁੰਦਾ, ਪਰ ਜਿਸ ਦੇਸ਼ ਨੂੰ ਅਸੀਂ ਆਪਣਾ ਪ੍ਰਦੇਸ਼ ਨੂੰ ਦੇਸ਼ ਸਮਝ ਬੈਠੇ ਆ, ਔਰ ਮਾਇਆ ਫੇ ਪਿੱਛੇ ਨੱਠੀ ਭੇਜੇ ਫਿਰਦੇ ਆ, ਪਰ ਛੱਡ ਕੇ ਸਭ ਕੁਝ ਜਾਣਾ ਮਿੰਟਾਂ ਸਕਿੰਟਾਂ। ਬਿਲਕੁਲ ਇਸ ਗੱਲ ਦੀ ਨਹੀਂ ਸਮਝ ਆਉਂਦੀ। ਬਿਲਕੁਲ ਤਾਂ ਹਾਂਜੀ ਵਾਹਿਗੁਰੂ ਜੀ। ਮੈਂ ਹਰਵਿੰਦਰ ਦੀ ਭੈਣ ਆ, ਤੁਹਾਨੂੰ ਪਤਾ। ਹਾਂਜੀ। ਮੈਂ ਕਹਿਣਾ ਚਾਹੁੰਦੀ, ਕੋਸ਼ਿਸ਼ ਕਰਕੇ ਜਿਹੜੀ ਭਾਜੀ ਕੋਈ ਪ੍ਰੋਬਲਮ ਆ, ਉਹਦਾ ਕੋਈ ਹੱਲ ਨਹੀਂ ਹੈਗਾ। ਅਸੀਂ ਸਾਰੇ ਜਾਏ ਆ, ਸਾਰਾ ਕੁਛ ਕਰੇ, ਕੁਛ ਨਹੀਂ ਹੈਗਾ ਉਹਨਾਂ ਕੋਲ। ਇੱਕ ਤਾਂ ਸੌਣ ਦੀ ਵੱਡੀ ਪ੍ਰੋਬਲਮ, ਨੀਂਦ ਨਹੀਂ ਆ ਰਹੀ ਉਹਨਾਂ ਨੂੰ। ਇੱਕ ਉਹਨਾਂ ਦੇ ਪੇਟ ਦੀ ਜਿਹੜਾ ਆਪਰੇਸ਼ਨ ਕਰਨ ਨੂੰ ਕਹਿੰਦੇ ਬਹੁਤ ਡੇਂਜਰਸ ਆ, ਉਹ ਕਰ ਨਹੀਂ ਸਕਦੇ। ਖਾਣੇ ਵਾਲਾ ਬਲੌਕ ਹੋਇਆ, ਸਾਰਾ ਕੁਛ ਖਾਣਾ ਨਹੀਂ ਜਾ ਸਕਦਾ ਪ੍ਰੋਪਰ ਉਹਦੇ ਵਿੱਚ। ਜਿੱਦਾਂ ਪ੍ਰੋਬਲਮ ਹੁੰਦੀ ਆ, ਬੰਦਾ ਆਪ ਨਹੀਂ ਦੱਸਦਾ ਹੈਗਾ, ਮੈਨੂੰ ਪਤਾ ਆ ਉਹਨਾਂ ਕੋਲ ਕੀ ਆ, ਕਰਕੇ ਸੌ ਨਹੀਂ ਸਕਦੇ। ਗੇੜੇ ਕੱਢ ਸਾਰਾ ਰਾਤ ਦਿਨ ਉਹਨਾਂ ਦਾ ਵਿਚਾਰਿਆਂ ਦਾ ਲੰਘ ਜਾਂਦਾ। ਏਦਾਂ ਦੀ ਵੱਡੀ ਪ੍ਰੋਬਲਮ, ਮੈਨੂੰ ਤਾਂ ਪਤਾ, ਮੈਂ ਉਹਨਾਂ ਦੀ ਸਿਸਟਰ ਕਰਕੇ ਮੈਨੂੰ ਪਤਾ ਸਾਰੀ ਪ੍ਰੋਬਲਮ ਦਾ, ਤੇ ਉਹ ਦੱਸਦੇ ਨੀ ਹੈਗੇ। ਪਰ ਗੋਰਖੀ ਵੀਰ ਜੀ ਨੂੰ ਸਾਰਾ ਪਤਾ ਹੈ ਉਹਦੇ ਬਾਰੇ, ਤਾਂ ਇਹ ਗੋਰਖੀ ਵੀਰ ਜੀ ਨੇ ਦੱਸਿਆ। ਹਾਂਜੀ ਠੀਕ ਆ ਜੀ। ਸੰਗਤ ਦੇ ਵਿੱਚ ਨਾ ਅਰਦਾਸ ਕਰੋ ਉਹਨਾਂ ਦੀ, ਜ਼ਰੂਰ ਠੀਕ ਹੋਣਗੇ ਜੀ। ਤੇ ਜੇ ਤੁਸੀਂ ਕਰ ਸਕਦੇ ਹੋ, ਪਰਸਨਲੀ ਗੱਲ ਕਰ ਲਿਓ ਤੁਸੀਂ। ਹਾਂਜੀ ਰੋਂਦੇ ਬਹੁਤ ਆ ਉਹ, ਜਿੱਦਾਂ ਰੋਂਦੇ ਬਹੁਤ ਆ ਪ੍ਰੋਬਲਮ ਤੇ, ਜਿੱਦਾਂ ਬਹੁਤ ਜ਼ਿਆਦਾ ਮਨ ਛੋਟਾ ਕਰ ਲੈਂਦੇ ਆ। ਪਰ ਬੈਠਦੇ ਬਹੁਤ ਘੰਟੇ, ਏਦਾਂ ਨਹੀਂ ਬੈਠਦੇ ਤਾਂ ਬਹੁਤ ਜ਼ਿਆਦਾ, ਜਿੱਦਾਂ ਸਾਧਨਾ ਦੇ ਵਿੱਚ। ਪਰ ਇਹੀ ਆ ਹੁਣ, ਜਿੱਦਾਂ ਕਹਿੰਦੇ ਹੁੰਦੇ ਆ, ਪਰਮਾਤਮਾ ਤਾਂ ਆਪਾਂ ਤੋਂ ਦੂਰ ਹੈ ਨਹੀਂ, ਸਾਰੀਆਂ ਚੀਜ਼ਾਂ ਤੋਂ ਨੇੜੇ ਆਪਾਂ ਲਈ ਇਹ ਵਾਹਿਗੁਰੂ ਆ। ਪਰ ਉਹਨਾਂ ਦੀ ਜਿਹੜੀ ਪ੍ਰੋਬਲਮ ਆ, ਉਹ ਅਸੀਂ ਸਾਰੇ ਚੰਡੀਗੜ੍ਹ, ਅਸੀਂ ਜਿੰਨਾ ਅਸੀਂ ਘੁੰਮੇ, ਅਸੀਂ ਕੋਈ ਨਹੀਂ ਛੱਡਿਆ। ਜਿੱਥੇ ਸਾਨੂੰ ਕਹਿੰਦੇ ਅਸੀਂ ਉੱਥੇ ਚੱਲ ਜੀਦਾ ਸੀਗਾ, ਪਰ ਕੁਛ ਹੋਇਆ ਨਹੀਂ ਹੈਗਾ। ਡਾਕਟਰ ਸਾਰੇ ਜਾਣੇ ਨਾ ਅਰਦਾਸ ਕਰੋ, ਕਿਉਂਕਿ ਨਾ ਆਪਣੇ ਸੰਗਤ ਦੇ ਵਿੱਚ ਜਿਹੜੇ ਹੈਗੇ ਨੇ ਜੁੜੇ ਹੋਏ, ਉਹਨਾਂ ਦੀ ਜ਼ਰੂਰ ਅਰਦਾਸ ਕਰੋ। ਭੈਣ ਜੀ ਤੁਸੀਂ ਨਾ ਵੀਰ ਜੀ ਤੋਂ ਨੰਬਰ ਲੈ ਲਿਓ, ਪਰਸਨਲੀ ਗੱਲ ਕਰਿਓ। ਉਹਨਾਂ ਦੇ ਨਾਲ ਤਾਂ ਗੱਲ ਕਰਦੇ ਆ, ਉਹ ਉਹਨਾਂ ਦੇ ਨਾਲ ਤਾਂ ਕਦੋਂ ਦੇ ਗੱਲ ਕਰਦੇ ਆ। ਤੁਸੀਂ ਵੀਰ ਜੀ ਤੋਂ ਮੇਰਾ ਨੰਬਰ ਲੈ ਲਿਓ। ਹਾਂਜੀ ਇਸ ਕਰਕੇ ਮੈਂ ਕਹਿ ਰਹੀ ਹਾਂ, ਜਿੱਦਾਂ ਗੋਰਖੀ ਵੀਰ ਜੀ ਨੂੰ ਸਾਰੀ ਪ੍ਰੋਬਲਮ ਦਾ ਪਤਾ, ਉਹਨਾਂ ਨਾਲ ਸਾਰੀ ਗੱਲ ਉਹਨਾਂ ਨੇ ਕੀਤੀ ਹੋਈ ਆ, ਮੇਰੇ ਕੋਲ ਕੀ ਪ੍ਰੋਬਲਮ ਆ। ਜਿਹੜੀ ਆਪਾਂ ਜਿੱਦਾਂ ਕਹਿੰਦੇ ਸ਼ਰਾਬ ਪੀਂਦੀ, ਉਹ ਬਹੁਤ ਦੇਰ ਦੀ ਗੱਲ ਹੋਣ ਦੀ ਨੀ ਹੈਗੀ। ਕਿਤੇ ਜਦੋਂ ਕੰਮ ਤੇ ਜਿਹੜੇ ਫਾਰਮਾਂ ਚ ਕੰਮ ਕਰਦੇ ਹੁੰਦੇ ਸੀ, ਕੱਤਿਆਂ ਦੇ ਵਿੱਚ, ਤੇ ਉਹ ਪੀਂਦੇ ਹੁੰਦੇ ਸੀ, ਰੋਕਦੇ ਵੀ ਹੁੰਦੇ ਸੀ, ਡੈਡ ਜੀ ਰੋਕਦੇ ਹੁੰਦੇ ਸੀ, ਕਹਿੰਦੇ ਚੰਗਾ ਨਹੀਂ ਚੀਜ਼ ਹੈਗੀ, ਪਰ ਕਹਿੰਦੇ ਮੈਂ ਨੀਂਦ ਲਈ ਮੈਨੂੰ ਪੀਣੀ ਪੈਂਦੀ। ਪਰ ਹੁਣ ਵੀ ਕਿੰਨੇ ਸਾਲ ਹੋ ਗਏ ਛੱਡੀ ਆ, ਹੁਣ ਵੀ ਤਾਂ ਠੀਕ ਆ, ਜਿੱਦਾਂ ਨੀਂਦ ਤਾਂ ਫੇਰ ਵੀ ਨਹੀਂ ਆਉਂਦੀ ਹੈਗੀ, ਉਹੀ ਪ੍ਰੋਬਲਮ ਫੇਰ ਆ ਜਾਂਦੀ। ਹੋ ਜਾਣਾ ਭੈਣ ਜੀ, ਠੀਕ ਹੋ ਜਾਣਾ। ਅਰਦਾਸ ਕਰਦੇ, ਅਸੀਂ ਵੀ ਘਬਰਾਏ ਆ, ਅਸੀਂ ਕਹਿੰਦੇ ਹੁੰਦੇ ਪਰਮਾਤਮਾ ਤੇ ਸਾਰਾ ਕੁਛ ਇੱਕੋ ਚੀਜ਼ ਆ, ਪਰ ਅਸੀਂ ਵੀ ਘਬਰਾਉਂਦੇ ਆ। ਅਸੀਂ ਭੈਣ ਭਾਈ ਆ, ਜਿੱਦਾਂ ਆਪਾਂ ਮੰਨਦੇ ਵੀ ਰਸਤੇ ਨਹੀਂ ਹੈਗੇ, ਪਰ ਆਪਾਂ ਨੂੰ ਫੇਰ ਵੀ ਕਰਨਾ ਪੈਂਦਾ ਹੈ ਨਾ। ਨਹੀਂ ਤੁਸੀਂ ਅਰਦਾਸ ਹੋਊਗੀ, ਜ਼ਰੂਰ ਠੀਕ ਹੋਣਗੇ।
ਹੋ ਜਾਣਗੇ ਠੀਕ, ਪਰ ਸਿਮਰਨ ਨਾ ਛੱਡਣ। ਬਸ, ਜਿਵੇਂ ਬਸ, ਕਹਿੰਦੇ ਨਹੀਂ ਤੁਸੀਂ ਕਈ ਘੰਟੇ ਬਹਿੰਦੇ ਨੇ, ਨਾ ਬੈਠਣ, ਪੈ ਜਾ ਕਰਨ, ਪੈ ਕੇ ਕਰ ਲਿਆ ਕਰਨ, ਪਰ ਥੋੜਾ ਥੋੜਾ ਇਹੀ ਕਹਿ ਰਹੇ ਆ। ਚਾਲੂ ਹਾਂਜੀ ਰੱਖੋ। ਭੈਣ ਜੀ, ਆਪਾਂ ਇਹੀ ਉਹਨਾਂ ਨੂੰ ਵਾਰ-ਵਾਰ ਕਹਿ ਰਹੇ ਆ। ਭਾਜੀ ਹੁਣੀ ਜਿੱਦਾਂ ਥੋੜੇ ਜਿਹੇ ਹੈਗੇ ਆ, ਥੋੜੇ ਜਿਹੇ ਕਾਲੇ ਚੱਲ ਜਾਂਦੇ ਵੀ ਮੈਨੂੰ ਇੰਨਾ ਚਿਰ ਹੋ ਗਿਆ, ਮੈਨੂੰ ਕੁਛ ਦੱਸਦਾ ਨਹੀਂ, ਜਿੱਦਾਂ ਬਸ ਇਹ ਥੋੜੀ ਜਿਹੀ ਉਹਨਾਂ ਵਿੱਚ ਹੈਗਾ ਆ ਵੀ ਮੈਂ ਇੰਨੀ ਤੁਸੀਂ ਦੇਰ ਐਂ ਦੀ ਕਰੋ, ਕਰਦੀ ਮੇਰੇ ਆ। ਨਾਲ ਨਾ ਪਰਸਨਲੀ ਗੱਲ ਕਰਿਓ, ਫਿਰ ਇਹ ਸਾਰੀਆਂ ਗੱਲਾਂ ਦਾ ਹੱਲ ਫਿਰ ਹੋਊਗਾ। ਹਾਂਜੀ, ਥੈਂਕ ਯੂ, ਬਹੁਤ ਬਹੁਤ ਥੈਂਕ ਯੂ ਜੀ। ਬਹੁਤ ਜ਼ਿਆਦਾ ਹੋ ਰਿਹਾ ਨਾ, ਹਾਂਜੀ ਹਾਂਜੀ, ਵਾਹਿਗੁਰੂ। ਗੱਲ ਕਰੀ ਜਾਣੀ। ਹਾਂਜੀ ਠੀਕ ਹੈ ਭੈਣ ਜੀ, ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ